ਉੱਥੇ ਤਾਂ ਜੀ ਲਾਸ਼ਾਂ ਹੀ ਲਾਸ਼ਾਂ ਸੀਗੀਆਂ ਜੀ, ਔਰ ਕੇਸ ਸੀਗੇ ਉੱਪਰੋਂ, ਲਾਸ਼ਾਂ ਦੇ ਉੱਪਰ ਕੇਸ, ਗਲੀਆਂ 'ਚ ਗਲੀ ਦੇ ਉੱਤੇ ਕੇਸ, ਖੂਨ ਲੋਕਾਂ ਦੇ, ਕਿਸੇ ਦੀ ਬਾਂਹ, ਕਿਸੇ ਦਾ ਸਿਰ, ਕਿਸੇ ਦੀ ਲੱਤ, ਕਿਸੇ ਦਾ ਪੈਰ, ਕਿਸੇ ਦੀ ਧੜ। ਉਹ ਉੱਥੇ ਤੁਸੀਂ ਇੰਨਾ ਬੁਰਾ ਹਾਲ ਸੀਗਾ ਜੀ ਕਿ ਤੁਸੀਂ ਆਪਣਾ ਪੈਰ ਜਿਹੜਾ ਸੀ ਨਾ ਜੀ, ਉਹ ਸਿੱਧਾ ਨਹੀਂ ਰੱਖ ਸਕਦੇ ਸੀਗੇ ਜ਼ਮੀਨ 'ਤੇ, ਕਿਉਂਕਿ ਜੇ ਤੁਸੀਂ ਸਿੱਧਾ ਰੱਖੋ ਤੇ ਜਾਂ ਤੇ ਤੁਸੀਂ ਲਾਸ਼ ਦੇ ਉੱਤੇ ਤੁਹਾਡਾ ਪੈਰ ਪੈ ਰਿਹਾ, ਤੇ ਜਾਂ ਕੋਈ ਬਾਡੀ ਪਾਰਟ ਦੇ ਉੱਤੇ ਤੁਹਾਡਾ ਪੈਰ ਪੈ ਰਿਹਾ ਹੈ। ਨਵੰਬਰ 1984 ਦੀ ਗੱਲ ਕਰਨ ਲਈ ਬੈਠੇ ਹੋਏ ਹਾਂ। ਦਿੱਲੀ ਅਤੇ ਹੋਰ ਸ਼ਹਿਰਾਂ ਦੇ ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖਾਂ ਦਾ ਵੱਡੇ ਪੱਧਰ ਤੇ ਘਾਣ ਹੋਇਆ। ਜਿਹੜੇ ਸ਼ਖਸ ਮੇਰੇ ਨਾਲ ਬੈਠੇ ਹੋਏ ਆ, ਇਹਨਾਂ ਦਾ ਨਾਮ ਮਿਸਟਰ ਰਾਹੁਲ ਬੇਦੀ ਆ। ਇਹ ਸੀਨੀਅਰ ਪੱਤਰਕਾਰ ਰਹੇ ਆ। ਨਵੰਬਰ 1984 ਦੇ ਵਿੱਚ ਜਦੋਂ ਤਰਲੋਕਪੁਰੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋ ਰਿਹਾ ਸੀ, ਤਾਂ ਉੱਥੇ ਗਏ ਚੰਦ ਪੱਤਰਕਾਰਾਂ ਨੇ ਜਿਹੜੀ ਇਹ ਕਵਰੇਜ ਕਰਨ ਗਏ ਸਨ, ਉਹਨਾਂ ਵਿੱਚ ਇਹ ਸ਼ਾਮਲ ਸਨ ਜਿਨ੍ਹਾਂ ਨੇ ਕਵਰੇਜ ਕੀਤੀ। ਇਹ ਇਤਿਹਾਸ ਦਾ ਇੱਕ ਅਹਿਮ ਪਾਤਰ ਹੋਣ ਵਜੋਂ ਮੈਂ ਇਹਨਾਂ ਨਾਲ ਗੱਲਬਾਤ ਕਰਨ ਲਈ ਦਿੱਲੀ ਆਇਆ ਹੋਇਆ। ਸਭ ਤੋਂ ਪਹਿਲਾਂ ਗੱਲਬਾਤ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਇੱਥੋਂ ਆਪਾਂ ਗੱਲ ਸ਼ੁਰੂ ਕਰਨੀ ਚਾਹੁੰਦੇ ਹਾਂ ਕਿ ਨਵੰਬਰ 1984 ਦੇ ਵਿੱਚ ਜੋ ਕੁਝ ਵਾਪਰਿਆ, ਕੁਝ ਗੱਲਾਂ ਜਿਹੜੀਆਂ ਤੁਸੀਂ ਅੱਖੀਂ ਵੇਖੀਆਂ, ਉਹ ਮੈਂ ਤੁਹਾਡੇ ਰਾਹੀਂ ਲੋਕਾਂ ਤੱਕ ਦੱਸਣੀਆਂ ਚਾਹੁੰਦਾ ਕਿ ਜਿਵੇਂ ਤੁਸੀਂ 2 ਨਵੰਬਰ 1984 ਨੂੰ ਉਸ ਘਟਨਾ 'ਤੇ ਗਏ ਜਿੱਥੇ ਸਿੱਖਾਂ ਨੂੰ ਕਤਲੇਆਮ ਕੀਤਾ ਜਾ ਰਿਹਾ ਸੀ, ਉਹ ਦ੍ਰਿਸ਼ ਕਿਹੋ ਜਿਹਾ ਸੀ, ਮੰਜ਼ਰ ਕਿਹੋ ਜਿਹਾ ਸੀ, ਕੀ ਤੁਸੀਂ ਵੇਖਿਆ? ਦੇਖੋ ਜੀ, ਇਹ ਦੱਸਣ ਤੋਂ ਪਹਿਲਾਂ ਮੈਂ ਇੱਕ ਤੁਹਾਨੂੰ ਇਵੈਂਟ ਦੱਸਾਂਗਾ ਜਿੱਥੇ ਅਸੀਂ ਉੱਥੇ ਕਿਸ ਤਰ੍ਹਾਂ ਪਹੁੰਚੇ ਜੀ। ਅਸੀਂ ਸਵੇਰੇ ਦਫ਼ਤਰ ਗਏ। ਮੈਂ ਇੰਡੀਅਨ ਐਕਸਪ੍ਰੈਸ ਦਾ ਰਿਪੋਰਟਰ ਸੀਗਾ ਅਤੇ ਮੈਂ ਸਵੇਰੇ ਦਫ਼ਤਰ ਗਿਆ 31 ਨੂੰ, ਜਦੋਂ ਮਿਸਿਸ ਗਾਂਧੀ ਦਾ ਕਤਲ ਹੋਇਆ ਸੀਗਾ। ਉਹਦੇ ਬਾਅਦ ਜਿਹੜੀ ਰਾਈਟਿੰਗ ਹੋਈ ਸੀਗੀ, ਜਿਹੜੇ ਉਹਦੇ ਬਾਅਦ ਉਹਨਾਂ ਨੇ, ਲੋਕਾਂ ਨੇ ਗੱਡੀਆਂ, ਸਿੱਖਾਂ ਦੀਆਂ ਗੱਡੀਆਂ ਤੋੜੀਆਂ, ਸਿੱਖਾਂ ਨੂੰ ਕੁੱਟਿਆ, ਟੈਕਸੀ ਸਟੈਂਡਾਂ ਤੋਂ ਉਹਨਾਂ ਨੂੰ ਘਸੀਟ ਕੇ ਮਾਰਿਆ। ਉਹ ਅਸੀਂ ਕਵਰੇਜ ਕੀਤੀ। ਉਹਦੀ 1 ਨਵੰਬਰ ਨੂੰ ਵੀ ਕਵਰੇਜ ਕੀਤੀ, ਜਿੱਥੇ ਦੁਕਾਨਾਂ ਸਿੱਖਾਂ ਦੀਆਂ ਸਾੜੀਆਂ, ਘਰ ਉਹਨਾਂ ਦੇ ਸਾੜੇ, ਲੋਕਾਂ ਨੂੰ, ਉਹਨਾਂ ਨੂੰ ਜਿਹੜੇ ਮੌਬ ਸੀਗੇ ਉਹਨਾਂ ਨੇ ਜਿੱਦਾਂ ਅਟੈਕ ਕੀਤਾ। ਜਦੋਂ 2 ਨਵੰਬਰ ਨੂੰ ਅਸੀਂ ਸਵੇਰੇ ਦਫ਼ਤਰ ਪਹੁੰਚੇ ਕੋਈ 10, 10:30, 11 ਵਜੇ, ਅਤੇ ਉੱਥੇ ਇੱਕ ਬੜਾ ਬੌਂਦਲਿਆ ਜਿਹਾ ਮੁੰਡਾ ਹੀ ਸੀਗਾ, ਕੋਈ 20-22 ਸਾਲ ਦਾ ਹੋਣਾ। ਉਹਦਾ ਨਾਂ ਬਾਅਦ 'ਚ ਪਤਾ ਲੱਗਾ ਕਿ ਉਹਦਾ ਨਾਂ ਮੋਹਨ ਸਿੰਘ ਸੀ। ਉਹ ਮੋਹਨ ਸਿੰਘ ਤਰਲੋਕਪੁਰੀ 'ਚ ਰਹਿਣ ਵਾਲਾ ਸੀ। ਤਰਲੋਕਪੁਰੀ ਇੱਕ ਰੀਸੈਟਲਮੈਂਟ ਕਾਲੋਨੀ ਸੀਗੀ, ਜਿਹੜੀ ਮਿਸਿਸ ਗਾਂਧੀ ਦੇ ਪੁੱਤਰ ਸੰਜੇ ਨੇ 1975-76 ਜਦੋਂ ਐਮਰਜੈਂਸੀ ਲੱਗੀ ਸੀ, ਉਦੋਂ ਉਹਨਾਂ ਨੇ ਉਹ ਰੀਸੈਟਲਮੈਂਟ ਕਾਲੋਨੀ ਜਿਹੜੀਆਂ ਸੀਗੀਆਂ ਉਹ ਬਣਾਈਆਂ ਸੀ। ਅਤੇ ਉੱਥੇ ਜਿਹੜੀਆਂ ਗਲੀਆਂ ਸੀਗੀਆਂ ਉਹ ਬੜੀਆਂ ਭੀੜੀਆਂ ਸੀਗੀਆਂ, ਅਤੇ ਉਹ ਗਲੀਆਂ ਕੋਈ 100, 150, 200 ਗਜ਼ ਦੀ ਲੰਮੀ ਗਲੀ ਹੋਣੀ ਆ, ਕੋਈ 8-10 ਗਜ਼ ਚੌੜੀ ਹੋਣੀ ਆ। ਦੋਵੇਂ ਪਾਸੇ ਉਹਦੇ ਘਰ ਸੀਗੇ, ਇੱਕ 2-2 ਕਮਰਿਆਂ ਦੇ ਜਿਹੜੇ ਘਰ ਗਰੀਬਾਂ ਦੇ ਹੁੰਦੇ ਆ, ਲੋ ਇਨਕਮ ਗਰੁੱਪ ਜਿਹਨੂੰ ਕਹਿੰਦੇ ਆ। ਅਤੇ ਉਹ ਉੱਥੋਂ ਦਾ ਰਹਿਣ ਵਾਲਾ ਸੀ। ਉੱਥੇ ਜਿਹੜੇ ਮੋਸਟਲੀ ਕੋਈ 250-300 ਪਰਿਵਾਰ ਸੀਗੇ ਸਿੱਖਾਂ ਦੇ, ਉਹ ਮੋਸਟਲੀ ਮੰਜੀਆਂ ਬੁਣਦੇ ਸੀ। ਉਹ ਕਿਤੇ ਅਲਵਰ ਰਾਜਸਥਾਨ ਤੋਂ ਕੋਈ 100 ਸਾਲ ਪਹਿਲਾਂ ਦਿੱਲੀ ਆਏ ਸੀਗੇ, ਅਤੇ ਉਹਨਾਂ ਦਾ ਪੇਸ਼ਾ ਮੰਜੀ ਬੁਣਨਾ ਸੀਗਾ, ਅਤੇ ਉਹ ਗਰੀਬ ਲੋਕੀ ਸੀਗੇ, ਦਲਿਤ ਸੀਗੇ। ਅਤੇ ਉਹ ਮੋਹਨ ਸਿੰਘ ਉਸ ਇੱਕ ਛੋਟੇ ਜਿਹੇ ਘਰ 'ਚ ਰਹਿੰਦਾ ਸੀ, ਅਤੇ ਉਹਨੇ ਦੇਖਿਆ ਕਿ ਇੱਕ ਰਾਤ ਪਹਿਲਾਂ ਆ ਕਤਲੇਆਮ ਸ਼ੁਰੂ ਹੋ ਗਿਆ ਉੱਥੇ। ਉਹ 2 ਗਲੀਆਂ 'ਚ ਜਿਹੜੀਆਂ ਜਿਹਦੇ 'ਚ ਸਿੱਖ ਰਹਿੰਦੇ ਸੀ। ਇਹ ਗੱਲ 1 ਨੂੰ ਕਤਲੇਆਮ ਸ਼ੁਰੂ ਹੋਇਆ? ਹਾਂਜੀ, 1 ਨੂੰ ਸ਼ਾਮ ਨੂੰ, 1 ਨੂੰ ਦਿਨ ਨੂੰ ਸ਼ੁਰੂ ਹੋਇਆ। ਤੁਸੀਂ ਪਲੀਜ਼ ਇਹਨੂੰ ਕਰ ਲਓ, ਆਪਾਂ ਇਹਨੂੰ ਕੱਟ ਲਾਂਗੇ, ਚਿਹਰਾ ਇੱਧਰ ਹੀ ਰੱਖੋਗੇ। ਹਾਂ, ਇਹ 1 ਨੂੰ ਸ਼ੁਰੂ, ਉਹਨੇ ਜੋ ਸਾਨੂੰ ਉਹਨੇ ਦੱਸਿਆ, ਬਾਅਦ ਵਿੱਚ ਅਸੀਂ ਵੀ ਕਨਫਰਮ ਕੀਤਾ। ਅਤੇ ਇਹ ਕਤਲੇਆਮ ਜਿਹੜਾ ਸੀਗਾ, ਇਹ 1 ਤਰੀਕ ਨੂੰ, 31 ਨੂੰ ਮਿਸਿਸ ਗਾਂਧੀ ਦਾ ਮਰਡਰ ਹੋਇਆ, ਅਤੇ 1 ਨੂੰ ਲਗਭਗ ਦੁਪਹਿਰ ਦੇ ਸ਼ਾਮ 3-4 ਵਜੇ ਦੇ ਵੇਲੇ ਇਹ ਸ਼ੁਰੂ ਹੋਇਆ, ਔਰ ਸਾਰੀ ਰਾਤ ਚੱਲਦਾ ਰਿਹਾ।
ਹੌਲੀ ਤਰਲੋਕਪੁਰੀ ਤੋਂ ਮੋਹਨ ਸਿੰਘ ਤੁਹਾਡੇ ਕੋਲ ਆਉਂਦੇ ਆ। ਸੇ ਉਹਨੇ ਆਪਣੇ ਵਾਲ ਵੂਲ ਕੱਟ ਕੇ, ਕੇਸ ਕੱਟ ਕੇ, ਦਾੜੀ ਦੂੜੀ ਥੋੜੀ ਬਹੁਤ ਵੱਢ ਕੇ ਕੈਂਚੀ ਨਾਲ, ਉਹ ਬਿਲਕੁਲ ਹੀ ਬੰਦਲਿਆ ਹੋਇਆ ਸੀ। ਉਹ ਲੁਕਦਾ ਲੁਕਦਾ ਉੱਥੋਂ ਭੱਜ ਕੇ ਉਹਨਾਂ ਦਿਨਾਂ 'ਚ ਉੱਧਰ ਖੇਤ ਹੁੰਦੇ ਸੀ, ਖੇਤਾਂ 'ਚ ਛੁਪਦਾ ਛੁਪਦਾ ਆ ਗਿਆ। ਉਹਨੂੰ ਕੋਈ ਜਾਣਦਾ ਸੀ ਸਾਡੀ ਕੰਟੀਨ ਦੇ ਵਿੱਚ, ਸਾਡੀ ਅਖਬਾਰ ਦੀ ਕੰਟੀਨ 'ਚ, ਤੇ ਉਹਨੇ ਸੋਚਿਆ ਕਿ ਇਹ ਅਖਬਾਰ ਜਿਹੜੀ ਹੈਗੀ ਇੰਡੀਅਨ ਐਕਸਪ੍ਰੈਸ ਦੀ, ਉਦੋਂ ਰੈਪੂਟੇਸ਼ਨ ਜਿਹੜੀ ਸੀਗੀ ਉਹ ਐਂਟੀ ਸਰਕਾਰ ਸੀਗੀ, ਸਰਕਾਰ ਦੇ ਬਰਖਲਾਫ ਲਿਖਦੇ ਹੁੰਦੇ ਸੀ। ਤੇ ਉਹਨੇ ਸੋਚਿਆ ਆਪਣੇ ਦਿਮਾਗ 'ਚ ਕਿ ਸ਼ਾਇਦ ਇਹ ਅਖਬਾਰ ਵਾਲੇ ਕੁਝ ਕਰ ਪਾਉਣ, ਕਿਉਂਕਿ ਪੁਲਿਸ ਤੋਂ ਤਾਂ ਉਹਨੂੰ ਡਰ ਲੱਗਦਾ ਸੀਗਾ, ਜਿਹੜੇ ਬਾਕੀ ਉੱਥੇ ਮੁਲਾਜ਼ਮ ਸੀਗੇ ਸਰਕਾਰੀ, ਉਹਨਾਂ ਤੋਂ ਵੀ ਡਰਦਾ ਸੀ ਉਹ। ਤੇ ਉਹਨੇ ਸਾਨੂੰ ਉੱਥੇ ਦੱਸਿਆ ਕਿ ਜੀ ਉੱਥੇ ਦਾ ਕਤਲੇਆਮ ਹੋ ਰਿਹਾ ਹੈ। ਸਾਨੂੰ ਤਾਂ ਇਹ ਗੱਲ ਜਿਹੜੀ ਸੁਣ ਕੇ ਅਸੀਂ ਤਾਂ ਬਿਲਕੁਲ ਬੰਦਲ ਗਏ, ਪਰ ਅਸੀਂ ਸੋਚਿਆ ਇਹ ਕਦੇ ਇੱਦਾਂ ਦੀ ਗੱਲ ਰਾਜਧਾਨੀ ਵਿੱਚ ਕਦੇ ਹੋ ਹੀ ਨਹੀਂ ਸਕਦੀ। ਮੈਂ ਵਿੱਥ ਜਾਣਨੀ ਚਾਹੁੰਦਾ ਕਿ ਤਰਲੋਕਪੁਰੀ ਤੋਂ ਤੁਹਾਡਾ ਆਫਿਸ ਕਿੰਨੀ ਦੂਰ ਸੀ? ਸਾਡਾ, ਮੈਂ ਦੱਸਦਾ ਤੁਹਾਨੂੰ, ਅਸੀਂ ਉਦੋਂ ਇਹ ਹੋਇਆ ਸੀਗਾ ਕਿ ਜਿਹੜੇ ਟੈਕਸੀ ਵਾਲੇ ਸੀਗੇ ਮੋਸਟਲੀ ਉਹਨਾਂ ਦਿਨਾਂ ਦੇ ਵਿੱਚ ਉਹ ਸਿੱਖ ਸੀਗੇ। ਟੈਕਸੀ ਸਟੈਂਡ ਸਾਰੇ ਬੰਦ ਹੋ ਗਏ ਸੀ, ਸੋ ਟਰਾਂਸਪੋਰਟ ਕੁਝ ਨਹੀਂ ਸੀਗਾ। ਟਰਾਂਸਪੋਰਟ ਮੇਨਲੀ ਉਹਨਾਂ ਦਿਨਾਂ 'ਚ ਵੀ ਸਿੱਖਾਂ ਦੇ ਹੱਥ ਹੁੰਦਾ ਸੀ, ਸੋ ਟਰਾਂਸਪੋਰਟ ਸੀਗਾ ਹੀ ਨਹੀਂ। ਸਾਨੂੰ, ਮੇਰਾ ਐਡੀਟਰ ਹੁੰਦਾ ਸੀ ਜਾਰਜ ਵਰਗੀਸ, ਐਡੀਟਰ ਸੀਗਾ, ਤੇ ਮਾਲਕ ਸੀਗਾ ਰਾਮਨਾਥ ਗੋਇੰਕਾ, ਉਹ ਵੀ ਉੱਥੇ ਮੌਜੂਦ ਸੀਗੇ। ਤੇ ਉਹਨਾਂ ਨੂੰ ਜਦੋਂ ਅਸੀਂ ਦੱਸਿਆ ਕਿ ਅਸੀਂ ਤਰਲੋਕਪੁਰੀ ਜਾਣਾ ਚਾਹੁੰਦੇ ਹਾਂ, ਤੇ ਉਹਨਾਂ ਨੇ ਸਾਨੂੰ ਜਿਹੜਾ ਮਾਲਕ ਸੀਗਾ ਰਾਮਨਾਥ ਗੋਇੰਕਾ, ਉਹਨੇ ਆਪਣੀ ਗੱਡੀ ਦਿੱਤੀ ਸਾਨੂੰ, ਅੰਬੈਸਡਰ ਸੀਗੀ, ਉਹ ਮੈਂ ਚਲਾ ਰਿਹਾ ਸੀ ਕਿਉਂਕਿ ਡਰਾਈਵਰ ਵੀ ਨੱਸ ਗਏ ਸੀ ਸਾਰੇ। ਉੱਥੋਂ ਤਰਲੋਕਪੁਰੀ ਕੋਈ ਲਗਭਗ ਕੋਈ 8-10 ਕਿਲੋਮੀਟਰ ਹੋਣਾ, 6-8-10 ਕਿਲੋਮੀਟਰ ਹੋਣਾ। ਤੇ ਅਸੀਂ, ਮੈਂ ਤੇ ਮੇਰਾ ਇੱਕ ਕੋਲੀਗ ਸੀਗਾ ਜੋਸਫ ਮਲਿਆਕਨ ਜੀ, ਉਹ ਵੀ ਰਿਪੋਰਟਰ ਸੀ, ਅਸੀਂ ਦੋਨੋਂ ਗੱਡੀ 'ਚ ਬਹਿ ਕੇ, ਮੈਂ ਚਲਾ ਰਿਹਾ ਸੀ ਗੱਡੀ, ਅਸੀਂ ਤਰਲੋਕਪੁਰੀ ਵਾਲੇ ਪਾਸੇ ਗਏ। ਉੱਧਰ ਸਾਡਾ ਆਣ ਜਾਣ ਹੁੰਦਾ ਨਹੀਂ ਸੀ, ਸਾਨੂੰ ਪਤਾ ਵੀ ਨਹੀਂ ਸੀ ਕਿੱਥੇ, ਪੁੱਛਦੇ ਪੁੱਛਦੇ ਪਹੁੰਚ ਗਏ ਅਸੀਂ। ਜਦੋਂ ਸੜਕਾਂ ਬਿਲਕੁਲ ਖਾਲੀ ਸੀਗੀਆਂ ਜੀ, ਕੋਈ ਬੰਦਾ, ਨਾ ਕੋਈ ਟ੍ਰੈਫਿਕ, ਕੱਖ ਨਹੀਂ ਸੀਗਾ ਸੜਕਾਂ 'ਤੇ। ਅਸੀਂ ਜਦੋਂ ਤਰਲੋਕਪੁਰੀ ਪਹੁੰਚੇ ਤਾਂ ਉੱਥੇ ਵੱਡੀਆਂ ਪਾਈਪਾਂ ਸੀਗੀਆਂ ਜੀ, ਪਾਣੀ ਦੀਆਂ ਪਾਈਪਾਂ, ਉੱਚੀਆਂ, ਕੋਈ 20-25 ਫੁੱਟ ਉੱਚੀਆਂ ਜਿਹੜੀਆਂ ਹੁੰਦੀਆਂ ਪਾਈਪਾਂ ਪਾਣੀ ਦੀਆਂ ਜੀ। ਉਹਦੇ ਉੱਪਰ ਨੌਜਵਾਨ ਖੜੇ ਸੀ ਜੀ ਲਾਠੀਆਂ ਲੈ ਕੇ, ਤੇ ਉਹਨਾਂ ਨੇ ਸਾਡੇ ਵੱਲ ਵੇਖਿਆ ਔਰ ਉਹਨਾਂ ਨੇ ਪੁੱਛਿਆ ਤੁਸੀਂ ਕਿੱਧਰ ਜਾ ਰਹੇ ਹੋ? ਅਸੀਂ ਕਿਹਾ ਜੀ ਅਸੀਂ ਬਲਾਕ 32 ਜਾ ਰਹੇ ਹਾਂ, ਜਿਹੜਾ ਸਾਨੂੰ ਮੋਹਨ ਸਿੰਘ ਨੇ ਦੱਸਿਆ ਸੀ ਉਹਦਾ ਬਲਾਕ 32 ਸੀ। ਤੇ ਉਹਨਾਂ ਨੇ ਸਾਨੂੰ ਜਾਣ ਦਿੱਤਾ ਜੀ। ਅਸੀਂ ਲੱਭਦੇ ਅਸੀਂ ਬਲਾਕ 32 ਦੀ ਬੜੀ ਭੀੜੀ ਜੀ ਗਲੀ ਸੀ, ਉੱਥੇ ਗੱਡੀ ਰੱਖ ਲਈ ਤੇ ਅਸੀਂ ਬਲਾਕ 32 ਵੱਲ ਅੱਗੇ ਗੱਡੀ 'ਚ ਵੱਧ ਰਹੇ ਸੀਗੇ। ਅੱਗੇ ਗਏ ਤੇ ਇੱਕ ਬੜਾ ਵੱਡਾ ਇੱਕ ਮੌਬ ਸੀਗਾ, ਉਹਨਾਂ ਨੇ ਵੀ ਜਵਾਨ ਸੀਗੇ, ਮੁੰਡੇ ਹੀ ਸੀ, ਆਦਮੀ ਸੀਗੇ, ਉਹਨਾਂ ਨੇ ਲਾਠੀਆਂ ਫੜੀਆਂ ਹੋਈਆਂ ਸੀ, ਪੱਥਰ ਤੇ ਇੱਟਾਂ ਫੜੀਆਂ ਹੋਈਆਂ ਸੀਗੀਆਂ, ਤੇ ਉਹਨਾਂ ਨੇ ਸਾਨੂੰ ਰੋਕਿਆ ਕੋਈ ਬਲਾਕ 32 ਤੋਂ ਕੋਈ 100-150 ਗਜ਼ ਉਰੇ। ਤੇ ਇੰਨੀ ਦੇਰ 'ਚ ਜਦੋਂ ਅਸੀਂ ਗਾਂਹ ਜਾਣਾ ਚਾਹੁੰਦੇ ਸੀਗੇ, ਤੇ ਸਾਡੇ ਜਿਹੜੇ ਪਾਸੇ ਅਸੀਂ ਜਾਣਾ ਚਾਹੁੰਦੇ ਸੀ ਬਲਾਕ 32, ਉਸ ਵੱਲੋਂ ਇੱਕ ਮੋਟਰਸਾਈਕਲ ਆਇਆ ਜਿਹਦੇ ਤੇ 2 ਪੁਲਿਸ ਵਾਲੇ ਸੀਗੇ ਜੀ। ਇੱਕ ਕੋਈ ਸਬ ਇੰਸਪੈਕਟਰ ਸੀ, ਮੈਨੂੰ ਹੁਣ ਯਾਦ ਨਹੀਂ ਗੱਲ, ਉਹਨੂੰ 40 ਸਾਲ ਆਲਮੋਸਟ ਹੋ ਗਏ ਨੇ, ਅਸਿਸਟੈਂਟ ਸਬ ਇੰਸਪੈਕਟਰ ਸੀ ਜਾਂ ਅਸਿਸਟੈਂਟ ਸਬ ਇੰਸਪੈਕਟਰ ਸੀ, ਉਹਦੇ ਮਗਰ ਇੱਕ ਕਾਂਸਟੇਬਲ ਬੈਠਾ ਸੀ। ਤੇ ਅਸੀਂ ਉਹਨੂੰ ਰੋਕਿਆ ਤੇ ਮੈਨੂੰ ਪੁੱਛਿਆ ਕਿ ਕੀ ਹੋ ਰਿਹਾ ਜੀ ਬਲਾਕ 32 'ਚ? ਕਹਿੰਦਾ ਜੀ ਸਭ ਸ਼ਾਂਤੀ ਹੈ, ਵਹਾਂ ਕੁਛ ਨਹੀਂ ਹੋ ਰਿਹਾ। ਅਸੀਂ ਕਿਹਾ ਅਸੀਂ ਤਾਂ ਸੁਣਿਆ ਸੀ ਕਿ ਉੱਥੇ ਬਹੁਤ ਲੋਕਾਂ ਦੀ ਕਤਲੇਆਮ ਹੋ ਰਿਹਾ। ਕਹਿੰਦਾ ਜੀ ਨਹੀਂ, ਐਵੇਂ ਅਫਵਾਹ ਉੱਡ ਰਹੀ ਹੈ, ਤੇ ਕੋਈ ਕੁਛ ਨਹੀਂ ਹੋ ਰਿਹਾ, ਉੱਥੇ ਤਾਂ ਬਿਲਕੁਲ ਸ਼ਾਂਤੀ ਹੈ। ਚਲੋ ਉਹ ਲੰਘ ਗਏ ਜੀ। ਅਸੀਂ ਫਿਰ ਅਗਾਂਹ ਜਾਣ ਦੀ ਜਦੋਂ ਕੋਸ਼ਿਸ਼ ਕੀਤੀ ਤਾਂ ਸਾਡੇ ਤੇ ਉਹ ਜਿਹੜਾ ਮੌਬ ਸੀਗਾ, ਉਹਨਾਂ ਨੇ ਸਾਡੇ ਉੱਤੇ ਪਥਰਾਓ ਕੀਤਾ, ਪੱਥਰ ਸਿੱਟੇ, ਇੱਟਾਂ ਸਿੱਟੀਆਂ। ਅਸੀਂ ਘਬਰਾ ਗਏ, ਛੋਟੀ ਜਿਹੀ ਭੀੜੀ ਜਿਹੀ ਗਲੀ ਸੀ, ਤੇ ਮੈਂ ਗੱਡੀ ਨੂੰ ਰਿਵਰਸ ਕਰਕੇ ਉੱਥੋਂ ਅਸੀਂ ਨਿਕਲਿਆ। ਅਸੀਂ ਲੱਭਣ ਗਏ, ਅਸੀਂ ਕਿਹਾ ਪੁਲਿਸ ਸਟੇਸ਼ਨ ਜਾਵਾਂਗੇ, ਪੁਲਿਸ ਸਟੇਸ਼ਨ ਵਾਲਿਆਂ ਨੂੰ ਪੁੱਛਾਂਗੇ ਕਿ ਬਈ ਕੀ ਹੋ ਰਿਹਾ। ਨੇੜੇ ਕਲਿਆਣਪੁਰੀ ਪੁਲਿਸ ਸਟੇਸ਼ਨ ਪੈਂਦਾ ਸੀ ਜੀ, ਕੋਈ ਉੱਥੋਂ ਰਫਲੀ ਕੋਈ 1.5-2 ਕਿਲੋਮੀਟਰ ਦੂਰ। ਅਸੀਂ
ਕਲਿਆਣਪੁਰੀ ਪੁਲਿਸ ਸਟੇਸ਼ਨ ਗਏ। ਉੱਥੇ ਜਿਹੜਾ ਡਿਊਟੀ ਕਾਂਸਟੇਬਲ ਸੀਗਾ ਉਹਨੂੰ ਅਸੀਂ ਪੁੱਛਿਆ ਕਿ ਇਹ ਤਰਲੋਕਪੁਰੀ 'ਚ ਕੀ ਹੋ ਰਿਹਾ। ਕਹਿੰਦਾ ਜੀ ਕੁਝ ਨਹੀਂ, ਉਧਰ ਸਭ ਸ਼ਾਂਤੀ ਹੈ ਜਿੱਦਾਂ ਬਾਕੀਆਂ ਨੇ। ਇਹ ਸ਼ਾਂਤੀ ਜਿਹੜਾ ਲਫ਼ਜ਼ ਸੀ ਨਾ ਜੀ, ਇਹ ਅਗਲੇ 4-5 ਦਿਨਾਂ ਦਾ ਅਸੀਂ ਇਹੀ ਸੁਣਿਆ ਕਿ ਜੀ ਸਭ ਸ਼ਾਂਤ ਹੈ, ਉਧਰ ਸਭ ਸ਼ਾਂਤੀ ਹੈ। ਤਕੀਆ ਕਲਾਮ ਬਣ ਗਿਆ, ਬਸ ਤਕੀਆ ਕਲਾਮ ਜਿਹਾ ਹੀ ਬਣ ਗਿਆ ਜੀ ਉਹਨਾਂ ਦਾ ਕਿ ਸ਼ਾਂਤੀ ਹੈ, ਸ਼ਾਂਤੀ ਹੈ। ਅਸੀਂ ਉਹਨੂੰ ਪੁੱਛਿਆ ਕਿ ਬਈ ਅਸੀਂ ਤਾਂ ਸੁਣਿਆ ਕਿ ਉੱਥੇ ਬਹੁਤ ਮਾਰ ਕੁਟਾਈ ਹੋ ਰਹੀ ਹੈ, ਕਤਲੇਆਮ ਹੋ ਰਿਹਾ। ਕਹਿੰਦਾ ਜੀ ਨਹੀਂ, ਉਧਰ ਤਾਂ ਸਭ ਸ਼ਾਂਤੀ ਹੈ। ਇੰਨੀ ਦੇਰ 'ਚ ਇੱਕ ਨੇੜੇ ਉੱਥੇ ਇੱਕ ਟਰੱਕ ਖੜਾ ਸੀ ਜੀ ਪੁਲਿਸ ਸਟੇਸ਼ਨ 'ਚ, ਤੇ ਉੱਥੇ ਉੱਪਰ ਮੱਖੀਆਂ ਤੇ ਇਨਸੈਕਟ ਸੀਗੇ ਜੀ, ਕੀੜੇ ਉਹ ਉੱਡ ਰਹੇ ਸੀ ਕੀੜੇ। ਅਸੀਂ ਅੰਦਰ ਵੇਖਿਆ ਤੇ ਉੱਥੇ ਕੋਈ 3 ਜਾਂ 4 ਲਾਸ਼ਾਂ ਪਈਆਂ ਸੀ ਜੀ, ਸੜੀਆਂ ਹੋਈਆਂ ਉਸ ਟਰੱਕ 'ਚ ਜੀ। ਔਰ ਉਹ ਲਾਸ਼ਾਂ ਦੇ ਉੱਪਰ ਇੱਕ ਨੌਜਵਾਨ ਸਿੱਖ ਲੜਕਾ ਲੇਟਿਆ ਹੋਇਆ ਸੀ, ਉਹਦੇ ਪੱਟੀਆਂ ਬੰਨੀਆਂ ਹੋਈਆਂ ਸੀ ਜੀ। ਉਹ ਜਿਉਂਦਾ ਸੀ? ਜਿਉਂਦਾ ਸੀ ਜੀ, ਉਹਦੇ ਮਸਾਂ ਹੀ ਜਿਉਂਦਾ ਸੀ। ਤੇ ਅਸੀਂ ਉਹਨੂੰ ਪੁੱਛਿਆ ਕਿ ਬਈ ਤੂੰ ਕੌਣ ਹੈ? ਉਹਨੇ ਨਾਂ ਦੱਸਿਆ, ਮੈਨੂੰ ਨਾਂ ਤਾਂ ਭੁੱਲ ਗਿਆ ਜੀ ਹੁਣ। ਤੇ ਉਹ ਕਹਿੰਦਾ ਮੈਂ ਪੰਜਾਬ ਤੋਂ ਆਇਆ ਸੀਗਾ 2 ਦਿਨ ਪਹਿਲਾਂ। ਮੇਰੇ ਰਿਸ਼ਤੇਦਾਰ ਰਹਿੰਦੇ ਸੀ ਬਲਾਕ 32 ਤਰਲੋਕਪੁਰੀ 'ਚ, ਤੇ ਮੈਂ ਉੱਥੇ ਬੈਠਾ ਸੀ ਤੇ ਉਨੀ ਦੇਰ 'ਚ ਇਹ ਖਬਰ ਆ ਗਈ ਕਿ ਮਿਸਿਸ ਗਾਂਧੀ ਦਾ ਮਰਡਰ ਹੋ ਗਿਆ ਜੀ, ਔਰ ਉਹਨੇ ਸਿੱਖ ਬਾਡੀਗਾਰਡ ਨੇ ਉਹਨੂੰ ਗੋਲੀ ਮਾਰਤੀ ਹੈ। ਤੇ ਕਹਿੰਦਾ ਉਸ ਦਿਨ ਬਸ ਸ਼ਾਮ ਨੂੰ ਹੀ, ਉਸ ਦਿਨ ਰਾਤ ਨੂੰ ਲੋਕੀ ਆਏ ਸਾਡੇ ਘਰਾਂ 'ਚ। ਉਹਨੇ ਸਾਨੂੰ ਕੁੱਟਿਆ, ਪਹਿਲਾਂ ਕੇਸ ਕੱਟੇ, ਫਿਰ ਉਹਨਾਂ ਨੇ ਕੁੱਟਿਆ ਲਾਠੀਆਂ ਨਾਲ, ਮੁੱਕੇ ਮਾਰ ਕੇ। ਫਿਰ ਉਹਨਾਂ ਨੇ ਛੁਰੇ ਖੋਬੇ ਸਾਡੇ ਮਾਰਤੇ, ਅੱਧੇ ਬੰਦੇ ਤਾਂ ਮਾਰਤੇ, 6-8 ਬੰਦੇ ਸੀਗੇ, 10 ਬੰਦੇ ਘਰ 'ਚ। ਫਿਰ ਮਿੱਟੀ ਦਾ ਤੇਲ ਸੀਗਾ ਉਹਨਾਂ ਕੋਲ, ਮਿੱਟੀ ਦਾ ਤੇਲ ਛਿੜਕੇ ਸਾਡੇ ਨੂੰ ਅੱਗ ਲਾਤੀ। ਉਹ ਵੀ ਅੱਧਾ ਵਿਚਾਰਾ ਜਲਿਆ ਹੋਇਆ ਸੀ। ਉਹ ਕਿੱਦਾਂ ਪਹੁੰਚਿਆ ਉਸ ਟਰੱਕ ਵਿੱਚ, ਉਹਨੂੰ ਕੁਛ ਹੋਸ਼ ਨਹੀਂ ਸੀ, ਨਾ ਹੀ ਸਾਨੂੰ ਪਤਾ ਸੀ ਜੀ। ਤੇ ਉਹ ਥੋੜ੍ਹੀ ਦੇਰ ਬਾਅਦ 'ਚ ਪਤਾ ਲੱਗਾ ਕਿ ਉਹ ਥੋੜ੍ਹੀ ਦੇਰ ਬਾਅਦ ਉਹ ਲੜਕਾ ਫੌਤ ਹੋ ਗਿਆ, ਗੁਜ਼ਰ ਗਿਆ ਸੀ। ਅਸੀਂ ਫਿਰ ਡਿਊਟੀ ਅਫਸਰ ਨੂੰ ਕਿਹਾ ਕਿ ਭਈ ਇਹ ਕਿਆ ਹੈ? ਉਹ ਕਹਿੰਦਾ ਜੀ ਇਹ ਤਾਂ ਹਮਕੋ ਮਾਲੂਮ ਨਹੀਂ, ਤੁਸੀਂ ਸ਼ਾਮ ਨੂੰ ਸਾਡਾ SHO ਹੈਗਾ, ਉਹ ਆਏਗਾ, ਤੁਸੀਂ ਉਹਦੇ ਨਾਲ ਗੱਲ ਕਰ ਲੈਣਾ, ਉਹ ਦਿੱਲੀ ਗਏ ਹੋਏ ਨੇ, ਤੇ ਤੁਸੀਂ ਸ਼ਾਮ ਨੂੰ ਆ ਜਾਣਾ। ਉੱਥੋਂ ਅਸੀਂ ਚੱਲੇ ਜੀ ਲੱਭਣ ਕਿ ਕੋਈ ਹੋਰ ਕਿਤੇ ਮਦਦ ਮਿਲੇ ਸਾਨੂੰ। ਅਸੀਂ ਉੱਧਰ ਪੂਰਾ ਏਰੀਆ ਘੁੰਮਿਆ, ਪੂਰਾ ਬਿਲਕੁਲ ਹੀ ਖਾਲੀ ਸੀ, ਸ਼ਾਂਤ ਸੀ ਜੀ, ਕੋਈ ਨਾ ਬੰਦਾ, ਨਾ ਵਹੀਕਲ, ਨਾ ਕੁਛ ਨਹੀਂ ਸੀਗਾ। ਉਹ ਇਤਫਾਕ ਦੇ ਨਾਲ ਇੱਕ ਸਾਨੂੰ ਫੌਜੀ ਯੂਨਿਟ ਮਿਲ ਗਿਆ ਜੀ। ਜਿਹੜਾ ਤੁਸੀਂ ਦੱਸਿਆ ਫੌਜੀ ਯੂਨਿਟ ਮਿਲ ਗਿਆ? ਹਾਂਜੀ, ਇੱਕ ਫੌਜੀ ਯੂਨਿਟ ਮਿਲਿਆ ਜੀ। ਫੌਜ ਦਾ ਨਹੀਂ ਜੀ, ਉਹ ਮੇਰਠ ਤੋਂ ਆਇਆ ਸੀ, ਮੈਨੂੰ ਹੁਣ ਯਾਦ ਨਹੀਂ ਯੂਨਿਟ ਕਿਹੜਾ ਸੀ, ਪਰ ਉਹਨਾਂ ਦਾ ਜਿਹੜਾ ਕਮਾਂਡਿੰਗ ਅਫਸਰ ਸੀ ਉਹ ਇੱਕ ਸਿੱਖ ਕਰਨਲ ਸਾਹਿਬ ਸੀਗੇ। ਔਰ ਉਹਨਾਂ ਦੇ ਮੈਂ ਨਾਂ ਨਹੀਂ ਲਵਾਂਗਾ ਉਹਨਾਂ ਦਾ, ਕਿਉਂਕਿ ਆਰਮੀ 'ਚ ਸੀਗੇ, ਹੁਣ ਤੱਕ ਤਾਂ ਰਿਟਾਇਰ ਹੋ ਗਏ ਹੋਣੇ, ਕਿਉਂਕਿ ਗੱਲ ਨੂੰ ਵੀ 40 ਸਾਲ ਹੋ ਗਏ। ਪਰ ਸਿੱਖ ਸੀਗੇ, ਵੈਰੀ ਨਾਈਸ ਜੈਂਟਲਮੈਨ। ਉਹਨਾਂ ਨੇ ਸਾਨੂੰ, ਅਸੀਂ ਉਹਨਾਂ ਨੂੰ ਦੱਸਿਆ ਜੀ। ਉਹ ਕਹਿੰਦੇ ਜੀ ਕਿ ਮੈਂ ਤਾਂ ਬਿਲਕੁਲ ਬੰਦਲਿਆ ਹੋਇਆ, ਗਵਾਚਿਆ ਹੋਇਆ, ਕਿਉਂਕਿ ਸਾਨੂੰ ਸੱਦਿਆ ਗਿਆ ਮੇਰਠ ਤੋਂ ਆਰਮੀ ਨੂੰ ਇਨ ਏਡ ਆਫ ਸਿਵਲ ਅਥਾਰਟੀ। ਤੇ ਸਾਨੂੰ ਉਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਇੱਥੇ ਪੁਲਿਸ ਵਾਲਿਆਂ ਨਾਲ ਤੁਸੀਂ ਕੋਆਰਡੀਨੇਟ ਕਰ ਲਓ, ਉਹ ਤੁਹਾਨੂੰ ਡਾਇਰੈਕਟ ਕਰਨਗੇ ਕਿੱਥੇ ਜਾਣਾ, ਕਿੱਥੇ ਨਹੀਂ ਜਾਣਾ। ਪਰ ਕਹਿੰਦਾ ਨਾ ਹੀ ਸਾਨੂੰ ਕੋਈ ਪੁਲਿਸ ਵਾਲਾ ਮਿਲਿਆ, ਨਾ ਹੀ ਸਾਨੂੰ ਕੋਈ ਤੁਹਾਨੂੰ ਇਹ ਗੱਲ ਯਾਦ ਰੱਖਣੀ ਪਏਗੀ ਕਿ ਇਹ ਸਾਰਾ ਜਿਹੜਾ ਹੋਇਆ ਵਾਕਿਆ, ਇਹ ਸੈੱਲ ਫੋਨ ਔਰ ਇਹ ਜਿਹੜੇ ਸੋਸ਼ਲ ਮੀਡੀਆ ਤੋਂ ਬਹੁਤ ਪਹਿਲਾਂ ਹੋਇਆ, ਕਿਉਂਕਿ ਗੱਲ ਨੂੰ 38 ਸਾਲ ਹੋ ਗਏ ਨੇ। ਚਿੱਠੀਆਂ ਦਾ ਜ਼ਮਾਨਾ ਸੀ। ਬਿਲਕੁਲ ਜੀ, ਚਿੱਠੀਆਂ ਦਾ ਤੇ ਲੈਂਡਲਾਈਨਾਂ ਦਾ, ਟੈਲੀਫੋਨਾਂ ਦਾ, ਲਿਖਣ ਲੁਖਣ ਪੜ੍ਹਨ ਦਾ। ਸੋ ਉਹ ਕਹਿੰਦਾ ਜੀ ਸਾਨੂੰ ਤਾਂ ਕੋਈ ਡਾਇਰੈਕਸ਼ਨ ਨਹੀਂ ਮਿਲਿਆ, ਸਾਨੂੰ ਕੋਈ ਬੰਦਾ ਨਹੀਂ, ਸਾਨੂੰ ਪਤਾ ਨਹੀਂ ਕਿੱਥੇ ਜਾਣਾ। ਅਸੀਂ ਉਹਨੂੰ ਦੱਸਿਆ ਕਿ ਜੀ ਪਲੀਜ਼ ਤੁਸੀਂ ਸਾਡੇ ਨਾਲ ਕੋਈ ਫੌਜੀ ਘੱਲ ਦਿਓ, ਜਾਂ ਤੁਸੀਂ ਆਪ ਚਲੇ ਜਾਓ, ਪਰ ਤਰਲੋਕਪੁਰੀ 'ਚ ਬਹੁਤ ਬੁਰੀਆਂ ਗੱਲਾਂ ਹੋ ਰਹੀਆਂ, ਤੇ ਉਹ ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਕੁਛ ਕਰੋ। ਉਹਨੇ ਕਿਹਾ ਜੀ ਹਾਂ, ਉਹਨੇ ਆਸ਼ਵਾਸਨ ਤਾਂ ਦਿੱਤਾ ਕਿ ਮੈਂ ਕਰੂੰਗਾ, ਬਟ ਉਹ ਅਸੀਂ ਫੇਰ ਨਹੀਂ ਮਿਲੇ ਜੀ ਉਹਨਾਂ ਕਰਨਲ ਸਾਹਿਬ ਨੂੰ। ਫਿਰ ਅਸੀਂ 2-4 ਹੋਰ ਆਰਮੀ ਦੇ, ਇੱਕ 에ਅਰਫੋਰਸ ਦਾ ਯੂਨਿਟ ਸੀਗਾ, ਉਹਨੂੰ ਮਿਲੇ, ਉਹਨਾਂ ਨੂੰ ਅਸੀਂ ਰਿਕੁਐਸਟ ਕੀਤੀ। ਉਹ ਜਾ ਰਹੇ ਸੀਗੇ, ਮਿਸਿਸ ਗਾਂਧੀ ਦਾ ਅਗਲੇ ਦਿਨ ਸੰਸਕਾਰ ਸੀਗਾ 3 ਨਵੰਬਰ ਨੂੰ, ਤੇ ਉਹਨਾਂ ਨੇ ਕਿਹਾ ਕਿ ਜੀ ਅਸੀਂ ਤਾਂ ਉੱਥੇ VIP ਜਿਹੜੀ ਸੀਟਿੰਗ ਹੈ ਉਹਦੀ ਅਸੀਂ ਦੇਖਣ ਜਾ ਰਹੇ ਹਾਂ, ਸਾਨੂੰ ਹੋਰ ਕੋਈ ਆਰਡਰ ਨਹੀਂ ਹੈਗਾ। 1-2 ਹੋਰ ਆਰਮੀ ਯੂਨਿਟ ਮਿਲੇ, ਉਹ ਵੀ ਵਿਚਾਰੇ ਗਵਾਚੇ ਹੋਏ ਸੀਗੇ, ਆਪਣਾ ਯੂਨਿਟ ਲੱਭ ਰਹੇ ਸੀ।
ਸੋ ਉਹਨਾਂ ਨੇ ਵੀ ਸਾਡੀ ਕੋਈ ਮਦਦ ਨਹੀਂ ਕੀਤੀ। ਫਿਰ ਅਸੀਂ ਪਹੁੰਚੇ ਜੀ ਪੁਲਿਸ ਹੈੱਡਕੁਆਟਰ। ਇਹ ਵੇਲਾ ਸੀਗਾ ਕੋਈ 4:30 5 ਵਜੇ ਸੀ ਜੀ। ਤੁਹਾਨੂੰ ਦਿਨ ਲੰਘ ਗਿਆ ਸਾਰਾ? ਪੂਰਾ ਦਿਨ ਇਹਦੇ 'ਚ ਹੀ ਨਿਕਲ ਗਿਆ ਜੀ, ਤ੍ਰਿਲੋਕਪੁਰੀ ਜਾਣ 'ਚ, ਫਿਰ ਪੁਲਿਸ ਸਟੇਸ਼ਨ, ਫਿਰ ਲੱਭਣ 'ਚ, ਫਿਰ ਮਦਦ ਲੱਭਣ 'ਚ ਕਿਤੇ ਨਾ ਕਿਤੇ। ਤੇ 5 ਵਜੇ 4:30 5 ਵਜੇ ਅਸੀਂ ਪੁਲਿਸ ਹੈੱਡਕੁਆਟਰ ਪਹੁੰਚੇ ਜੀ। ਉੱਥੇ ਇੱਕ ਅਫਸਰ ਸੀਗਾ ਜੀ, ਉਹਦਾ ਨਾਂ ਸੀ ਨਿਖਿਲ ਕੁਮਾਰ। ਉਹ ਐਡੀਸ਼ਨਲ ਕਮਿਸ਼ਨਰ ਆਫ ਪੁਲਿਸ ਸੀਗਾ। ਬੜਾ ਹਾਈ ਪ੍ਰੋਫਾਈਲ ਸੀਗਾ ਜੀ, ਬੜਾ ਵੈਲ ਕਨੈਕਟਡ ਸੀ, ਪੋਲੀਟੀਕਲੀ ਵੈਲ ਕਨੈਕਟਡ ਸੀਗਾ। ਉਹਨੂੰ ਅਸੀਂ ਕਿਹਾ ਕਿ ਉਹਦਾ ਕੰਮ ਸੀ ਜੀ, ਉਹ ਪੁਲਿਸ ਕੰਟਰੋਲ ਰੂਮ ਦਾ ਇੰਚਾਰਜ ਬਣਾਇਆ ਸੀ ਉਹਨੂੰ। ਤੇ ਉਹਨਾਂ ਨੇ ਉੱਥੇ ਅਸੀਂ ਉਹਨੂੰ ਕਿਹਾ ਕਿ ਜੀ ਆਹ ਤ੍ਰਿਲੋਕਪੁਰੀ 'ਚ ਕੁਛ ਨਾ ਕੁਛ ਹੋ ਰਿਹਾ। ਉਹ ਆਪਣਾ रोना रोने लग गया, कहना जी मैं तो यहाँ गेस्ट आर्टिस्ट हूँ, मेरी तो बदली कर दी थी इन्होंने दिल्ली से, और फिर मेरे को इन्होंने इमरजेंसी में बुला लिया, मैं तो यहाँ सिर्फ एक गेस्ट आर्टिस्ट हूँ। ये उन्हें उचेचा यही लफ्ज़ वरत्या जी, गेस्ट आर्टिस्ट। हालांकि बड़ा सीनियर पुलिस अफसर सीगा, DIG IG रैंक का। ਤੇ ਉੱਥੇ ਹੋਰ ਵੀ ਪੁਲਿਸ ਅਫਸਰ ਸੀਗੇ ਜੀ, ਉੱਥੇ ਪੁਲਿਸ ਕੰਟਰੋਲ, ਉੱਥੇ ਪੁਲਿਸ ਹੈੱਡਕੁਆਟਰ 'ਚ ਜਿਹੜੇ ਐਡੀਸ਼ਨਲ ਕਮਿਸ਼ਨਰ ਆਫ ਪੁਲਿਸ ਸੀ, ਜਿਹੜਾ ਉੱਧਰ ਟਰਾਂਸ ਜਮਨਾ ਏਰੀਆ ਦੇ ਇੰਚਾਰਜ ਸੀਗਾ, ਉਹਦਾ ਨਾਂ ਸੀ ਹੁਕਮ ਚੰਦ ਜਾਟਵ। ਉਹਨੂੰ ਅਸੀਂ ਕਿਹਾ, ਉਹ ਕਹਿੰਦਾ ਜੀ वहाँ तो सब शांति है, वहाँ तो मैं अभी होके आया हूँ, वहाँ तो कुछ नहीं हो रहा। ਇਸ ਸ਼ਾਂਤੀ ਨੂੰ ਤੁਸੀਂ ਉਸ ਸਮੇਂ ਕੀ ਸਮਝ ਰਹੇ ਸੀ? ਨਹੀਂ ਜੀ, ਇਹ ਸ਼ਾਂਤੀ ਜਿਹੜਾ ਲਫ਼ਜ਼ ਹੈ ਇਹ ਪੁਲਿਸ ਵਾਲੇ ਆਮ ਤੌਰ 'ਤੇ ਇਸਤੇਮਾਲ ਕਰਦੇ ਨੇ ਜੀ, ਕਿ ਬਈ ਪੀਸ ਚੱਲ ਰਹੀ ਆ ਉੱਥੇ ਕੋਈ ਵਾਰਦਾਤ ਨਹੀਂ ਹੋ ਰਹੀ, ਉੱਥੇ ਕੋਈ ਹਰਕਤ ਨਹੀਂ ਹੋ ਰਹੀ। ਤੇ ਸ਼ਾਂਤੀ ਅਸੀਂ ਸੁਣਦੇ ਆ ਰਹੇ ਸੀ ਜੀ, ਅਗਲੇ ਬੜੇ ਦਿਨਾਂ ਲਈ ਅਸੀਂ ਇਹ ਸ਼ਾਂਤੀ ਦਾ ਲਫ਼ਜ਼ ਸੁਣਿਆ। ਤੇ ਇੰਨੀ ਦੇਰ 'ਚ ਕੋਈ ਹਨੇਰਾ ਹੋ ਗਿਆ ਜੀ, ਨਵੰਬਰ ਦਾ ਮਹੀਨਾ ਸੀ, ਹਨੇਰਾ ਛੇਤੀ ਹੋ ਜਾਂਦਾ। ਤੇ ਕੋਈ 6 ਵਜੇ ਲੈਫਟੀਨੈਂਟ ਗਵਰਨਰ ਸਾਹਿਬ ਉਦੋਂ ਹੁੰਦੇ ਸੀਗੇ, ਗਵਾਈ ਸਾਹਿਬ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜੀ ਪੁਲਿਸ ਹੈੱਡਕੁਆਟਰ 'ਚ। ਅਸੀਂ ਉਹ ਅਟੈਂਡ ਕੀਤੀ। ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਦਿੱਲੀ में बाय एंड लार्ज शांति है, और सिर्फ कोई 18-20 ਬੰਦੇ ਮਰੇ ਨੇ ਰਾਈਟਿੰਗ 'ਚ। ਤੇ ਅਸੀਂ ਉਹਨੂੰ ਕਿਹਾ, ਮੈਂ ਉਹਨੂੰ ਸਿੱਧਾ ਉਹਦੇ ਮੂੰਹ 'ਚ ਕਿਹਾ, ਮੈਂ ਕਿਹਾ ਜੀ ਆਹ ਤੁਸੀਂ ਦੇਖੋ, ਸਾਨੂੰ ਪਤਾ ਕਿ ਤ੍ਰਿਲੋਕਪੁਰੀ 'ਚ ਕਤਲੇਆਮ ਹੋ ਰਿਹਾ ਹੈ। ਉਹ ਕਹਿੰਦਾ ਕभी हो ही नहीं सकता, ये हमको इसकी रिपोर्ट ही नहीं आई। ਉੱਥੇ ਜਿਹੜੇ ਪੁਲਿਸ ਵਾਲੇ ਸੀਗੇ ਉਹ ਵੀ ਹਾਂ 'ਚ ਹਾਂ ਭਰ ਰਹੇ ਸੀਗੇ ਗਵਰਨਰ ਸਾਹਿਬ ਦੀ ਹਾਂ 'ਚ। ਗਵਰਨਰ ਸਾਹਿਬ ਨੂੰ ਉਹਨਾਂ ਨੇ ਅਗਲੇ ਦਿਨ ਟਰਾਂਸਫਰ ਕਰਤਾ ਸੀ, ਇਹ ਅਲੱਗ ਗੱਲ ਹੈ, ਪਰ ਉਸ ਦਿਨ ਸ਼ਾਮ ਨੂੰ ਉਹਨਾਂ ਨੇ ਕਿਹਾ ਕਿ ਜੀ ਸਭ ਸ਼ਾਂਤੀ ਹੈ। ਫਿਰ ਜੀ ਅਸੀਂ ਉਹ ਪ੍ਰੈਸ ਕਾਨਫਰੰਸ ਅਟੈਂਡ ਕਰਕੇ ਅਸੀਂ ਵਾਪਸ ਗਏ ਤ੍ਰਿਲੋਕਪੁਰੀ। ਉਹ ਜੀ ਮੁਸ਼ਕਿਲ ਹੈ, ਉਹ ਗੱਲ ਸੋਚ ਕੇ ਵੀ ਥੋੜਾ ਹੈਜ਼ੀਟੇਸ਼ਨ ਹੁੰਦੀ ਹੈ ਜੀ, ਥੋੜਾ ਰੋਣਾ ਵੀ ਆਉਂਦਾ ਹੈ ਕਿ ਅਸੀਂ ਉੱਥੇ ਗਏ ਤੇ ਜੀ ਜਦੋਂ ਅਸੀਂ ਬਲਾਕ 32 ਪਹੁੰਚ ਗਏ ਜੀ, ਤੇ ਉਸ ਬਲਾਕ 32 ਦੇ ਇਰਦ ਗਿਰਦ ਜੀ ਉਹ 2 ਗਲੀਆਂ ਸੀਗੀਆਂ ਜੀ, 150-200 ਫੁੱਟ ਲੰਮੀ ਤੇ ਕੋਈ 8-10 ਫੁੱਟ ਚੌੜੀ, 6-8 ਫੁੱਟ ਚੌੜੀ 2 ਗਲੀਆਂ ਸੀ ਜੀ ਨਾਲ। ਤੇ ਉਹਨਾਂ ਦੇ ਕੋਈ 250-300 ਘਰ ਸੀਗੇ ਜੀ, ਛੋਟੇ 1 ਰੂਮ 2 ਰੂਮ। ਤੇ ਉੱਥੇ ਹਜ਼ਾਰਾਂ ਬੰਦੇ ਸੀ ਜੀ ਇਰਦ ਗਿਰਦ ਪੂਰੇ। ਔਰ ਸਭ ਤੋਂ ਜਿਹੜਾ ਡਰਾਵਣੀ ਗੱਲ ਸੀ ਜੀ, ਜਿਹੜੀ ਮੈਨੂੰ ਅੱਜ ਦੀ ਤਰੀਕ ਦੇ ਵਿੱਚ ਜਦੋਂ ਮੈਂ ਸੋਚਦਾ ਮੇਰਾ ਪਸੀਨਾ ਛੁੱਟਦਾ ਹੈ, ਕਿ ਉਹ ਹਜ਼ਾਰਾਂ ਬੰਦਿਆਂ ਦੇ ਹੋਣ ਦੇ ਬਾਵਜੂਦ ਵੀ ਕੋਈ ਆਵਾਜ਼ ਨਹੀਂ ਸੀਗੀ ਜੀ, ਜਿਹਨੂੰ ਅੰਗਰੇਜ਼ੀ 'ਚ ਪਿਨ ਡ੍ਰੌਪ ਸਾਇਲੈਂਸ ਕਹਿੰਦੇ ਨੇ ਨਾ ਜੀ, ਮਰਿਆਂ ਵਾਲੀ ਸ਼ਾਂਤੀ, ਬਿਲਕੁਲ ਮਰਿਆਂ ਵਾਲੀ ਸ਼ਾਂਤੀ ਜੀ। ਉਹ ਜਿਹਨੂੰ ਅੰਗਰੇਜ਼ੀ 'ਚ ਸਾਇਲੈਂਸ ਆਫ ਦਾ ਗ੍ਰੇਵਯਾਰਡ ਕਹਿੰਦੇ ਨੇ, ਮੜੀਆਂ ਵਾਲੀ ਸ਼ਾਂਤੀ। ਬਿਲਕੁਲ ਕੁਛ ਨਹੀਂ ਜੀ, ਆਵਾਜ਼। ਔਰ ਇੱਕ ਪੁਲਿਸ ਦੀ ਉਹਨਾਂ ਦਿਨਾਂ 'ਚ ਮੈਟਾਡੋਰ ਵੈਨ ਸੀਗੀ ਜੀ, ਉਹਦੀ ਲਾਈਟਾਂ ਉਹਨਾਂ ਨੇ ਔਨ ਕਰਕੇ ਉਹਦਾ ਇੰਜਨ ਸਟਾਰਟ ਸੀ। ਉੱਥੇ ਜੀ ਬਿਲਕੁਲ ਸਨਾਟਾ ਛਾਇਆ ਹੋਇਆ ਸੀ ਜੀ, ਬਿਲਕੁਲ ਸ਼ਾਂਤੀ ਸੀਗੀ। ਉੱਥੇ ਪਤਾ ਨਹੀਂ ਕਿੰਨੇ ਹਜ਼ਾਰਾਂ ਹੀ ਲੋਕ ਹੋਣੇ ਜੀ, ਉਹ ਵੇਖ ਰਹੇ ਸੀਗੇ। ਤੇ 2 ਜਾਂ 3 ਪੁਲਿਸ ਵਾਲੇ ਸੀਗੇ ਜੀ ਉੱਥੋਂ, ਉਹ ਹੀ ਕਲਿਆਣਪੁਰੀ ਪੁਲਿਸ ਸਟੇਸ਼ਨ ਜਿਹੜਾ ਇਹ ਤ੍ਰਿਲੋਕਪੁਰੀ ਦਾ ਇੰਚਾਰਜ ਸੀਗਾ, ਉਹ ਸੀਗੇ ਉੱਥੇ। ਤੇ
ਇੱਕ ਗੱਡੀ ਖੜੀ ਸੀ, ਦੋ ਉਹਦੇ 'ਚ ਉਹਦੀਆਂ ਦੋਨੋਂ ਹੈੱਡਲਾਈਟਾਂ ਚੱਲ ਰਹੀਆਂ ਸੀਗੀਆਂ। ਕਿਸੇ ਨੇ ਕੋਈ ਜਿਹੜੇ ਉਹ ਲੈਂਪ ਹੁੰਦੇ, ਹਰੀਕੇਨ ਲੈਂਪ ਜਿਹਨੂੰ ਕਹਿੰਦੇ ਆ, ਉਹ ਲਿਆਇਆ ਕੋਈ, ਅਤੇ ਅਸੀਂ ਉਹ ਫਿਰ ਗਲੀਆਂ ਦੇ ਵਿੱਚ ਜੀ ਅਸੀਂ ਉਤਰੇ। ਉਹ ਥੋੜ੍ਹਾ ਜਿੱਥੇ ਆ ਗੱਡੀ ਖੜੀ ਸੀ ਉਹ ਥੋੜ੍ਹਾ ਉੱਚੀ ਜਗ੍ਹਾ ਸੀ, ਥੜਾ ਜਿਹਾ ਸੀਗਾ, ਅਤੇ ਅਸੀਂ ਕੋਈ 2 ਫੁੱਟ ਹੇਠਾਂ ਅਸੀਂ ਉਹ ਗਲੀ 'ਚ ਪਹਿਲੀ ਗਲੀ 'ਚ ਗਏ ਜੀ। ਔਰ ਜੋ ਅਸੀਂ ਉੱਥੇ ਦੇਖਿਆ ਜੀ, ਉਹ ਤੇ ਮੈਂ ਕਿਹਾ ਈਸ਼ਵਰ ਕਿਸੇ ਨੂੰ ਵੀ ਨਾ ਦਿਖਾਵੇ, ਕਿਉਂਕਿ ਉੱਥੇ ਤਾਂ ਜੀ ਲਾਸ਼ਾਂ ਹੀ ਲਾਸ਼ਾਂ ਸੀਗੀਆਂ ਜੀ। ਔਰ ਕੇਸ ਸੀਗੇ ਉੱਪਰੋਂ, ਲਾਸ਼ਾਂ ਦੇ ਉੱਪਰ ਕੇਸ, ਗਲੀਆਂ 'ਚ ਗਲੀ ਦੇ ਉੱਤੇ ਕੇਸ, ਖੂਨ, ਲੋਕਾਂ ਦੇ ਕਿਸੇ ਦੀ ਬਾਂਹ, ਕਿਸੇ ਦਾ ਸਿਰ, ਕਿਸੇ ਦੀ ਲੱਤ, ਕਿਸੇ ਦਾ ਪੈਰ, ਕਿਸੇ ਦੀ ਧੜ। ਉਹ ਉੱਥੇ ਤੁਸੀਂ ਇੰਨਾ ਬੁਰਾ ਹਾਲ ਸੀਗਾ ਜੀ ਕਿ ਤੁਸੀਂ ਆਪਣਾ ਪੈਰ ਜਿਹੜਾ ਸੀ ਨਾ ਜੀ, ਉਹ ਸਿੱਧਾ ਨਹੀਂ ਰੱਖ ਸਕਦੇ ਸੀਗੇ ਜ਼ਮੀਨ 'ਤੇ, ਕਿਉਂਕਿ ਜੇ ਤੁਸੀਂ ਸਿੱਧਾ ਰੱਖੋ ਅਤੇ ਜਾਂ ਤਾਂ ਤੁਸੀਂ ਲਾਸ਼ ਦੇ ਉੱਤੇ ਤੁਹਾਡਾ ਪੈਰ ਪੈ ਰਿਹਾ, ਅਤੇ ਜਾਂ ਕੋਈ ਬਾਡੀ ਪਾਰਟ ਦੇ ਉੱਤੇ ਤੁਹਾਡਾ ਪੈਰ ਪੈ ਰਿਹਾ ਜੀ। ਔਰ ਸਾਨੂੰ ਤਾਂ ਜੀ ਸਾਡੇ ਤਾਂ ਹੋਸ਼ਾਂ ਉੱਡ ਗਈਆਂ। ਔਰ ਮੈਂ ਕਹਿੰਦਾ ਜੀ ਹਜ਼ਾਰਾਂ ਬੰਦੇ ਸਾਨੂੰ ਵੇਖ ਰਹੇ ਸੀਗੇ। ਮੈਂ ਸੀਗਾ ਜੀ, ਮੇਰੇ ਨਾਲ ਜੋਜ਼ਫ ਮਲਿਆਕਨ ਸੀਗਾ, ਸਾਡੀ ਇੱਕ ਹਿੰਦੀ ਅਖਬਾਰ ਦਾ ਰਿਪੋਰਟਰ ਸੀਗਾ, ਉਹਦਾ ਨਾਂ ਅਲੋਕ ਤੋਮਰ ਸੀਗਾ ਜੀ, ਅਤੇ ਇੱਕ ਉੱਥੇ ਪੁਲਿਸ ਹੈੱਡਕੁਆਟਰ ਦੇ ਵਿੱਚ ਹਿੰਦੁਸਤਾਨ ਟਾਈਮਜ਼ ਦਾ ਵੀ ਰਿਪੋਰਟਰ ਸੀਗਾ, ਉਹ ਵੀ ਸਾਡੇ ਨਾਲ ਆ ਗਿਆ ਸੀ। ਸੋ ਅਸੀਂ 4 ਸੀਗੇ ਜੀ ਰਿਪੋਰਟਰ, ਅਤੇ 2-3 ਪੁਲਿਸ ਵਾਲੇ, ਅਤੇ ਅਸੀਂ ਇੱਦਾਂ ਬਿਲਕੁਲ ਜਿੱਦਾਂ ਕੋਈ ਹੌਰਰ ਮੂਵੀ ਹੁੰਦੀ ਹੈ ਨਾ ਜੀ, ਉਹਦੇ 'ਚ ਮੈਂ ਕਹਿੰਦਾ ਅੱਜ ਦੀ ਤਰੀਕ ਦੇ ਵਿੱਚ ਜੇ ਕੋਈ ਬਾਲੀਵੁੱਡ ਦਾ ਇੱਦਾਂ ਦੀ ਪਿਕਚਰ ਬਣਾਉਣਾ ਵੀ ਚਾਹੇ ਤਾਂ ਉਹ ਇਹ ਨਹੀਂ ਬਣਾ ਸਕਦਾ ਜੀ ਜੋ ਅਸੀਂ ਉੱਥੇ ਵੇਖਿਆ। ਅਤੇ ਅਸੀਂ ਅੰਦਰ ਗਏ ਜੀ, ਉੱਥੇ ਅਸੀਂ ਜਿਹਨੂੰ ਅੰਗਰੇਜ਼ੀ 'ਚ ਟਿਪਟੋ ਕਹਿੰਦੇ ਨੇ, ਆਪਣੇ ਪੈਰਾਂ ਦੇ ਬਲ ਅਸੀਂ ਥੋੜ੍ਹਾ ਹੌਲੀ ਅੱਗੇ ਵਧੇ, ਅਤੇ ਇੱਕ ਲੜਕੀ ਬੈਠੀ ਸੀ ਜੀ, ਜਵਾਨ ਲੜਕੀ ਹੋਣੀ ਕੋਈ 20-25 ਸਾਲ ਦੀ। ਉਹਨੇ ਆਪਣਾ ਇੱਕ ਛੋਟਾ ਜਿਹਾ ਬੇਬੀ ਫੜਿਆ ਹੋਇਆ ਸੀ, ਬੱਚੀ ਸੀ ਉਹਦੇ ਕੋਲੇ, ਅਤੇ ਉਹਨੂੰ ਵਿਚਾਰੀ ਨੂੰ ਪੋਲੀਓ ਸੀਗਾ ਜੀ, ਅਤੇ ਉਹ ਬੈਠੀ ਸੀਗੀ, ਉਹ ਹਿੱਲ ਨਹੀਂ ਸਕਦੀ ਸੀ। ਆਪਣੇ ਕਮਰੇ, ਉਹ ਆਪਣੇ ਘਰ ਜਿਹੜਾ ਸੀਗਾ ਉਹਦੇ ਥੜੇ 'ਤੇ ਬੈਠੀ ਸੀ। ਸਾਹਮਣੇ ਪਿੱਛੇ ਉਹਦਾ ਘਰ ਜਿਹੜਾ ਸੀ ਉਹ ਲਾਸ਼ਾਂ ਨਾਲ ਭਰਿਆ ਹੋਇਆ ਸੀ ਜੀ। ਸਾਰਾ ਉਹਦਾ ਪਰਿਵਾਰ ਉਹ ਮਰੇ ਪਏ ਸੀ ਜੀ ਪਿਛਲੇ 1.5-2 ਦਿਨਾਂ ਦੇ। ਔਰ ਉਹਨੇ ਆਪਣੀ ਲੜਕੀ ਛੋਟੀ ਜਿਹੀ ਫੜੀ ਹੋਈ ਸੀ, ਔਰ ਉਹਦੇ 'ਚ ਨਾ ਕੋਈ, ਉਹਦੀ ਅੱਖਾਂ 'ਚ ਤੇ ਕੋਈ ਰੋਸ਼ਨੀ ਨਹੀਂ ਸੀ, ਕੁਛ ਨਹੀਂ ਸੀ ਜੀ। ਔਰ ਅਸੀਂ ਜੀ ਉਹ ਫਿਰ ਉਹਦੀ ਬੇਟੀ ਲਈ ਉਹਦੇ ਕੋਲੋਂ, ਉਹਨੂੰ ਵੀ ਚੁੱਕਿਆ ਅਸੀਂ, ਉਹਨੂੰ ਅਸੀਂ ਉਹ ਜਿਹੜੀ ਪੁਲਿਸ ਵੈਨ ਸੀਗੀ ਉੱਥੇ ਲੈ ਕੇ ਗਿਆ, ਉੱਥੇ ਰੱਖਿਆ। ਮੈਂ ਬੜੀ ਕੋਸ਼ਿਸ਼ ਕੀਤੀ ਜੀ ਉਹਦੇ ਬਾਅਦ ਪਤਾ ਕਰਨ ਦੀ, ਉਹਦਾ ਅਤਾ ਪਤਾ ਕੋਈ ਪਤਾ ਨਹੀਂ ਲੱਗਿਆ ਉਹਦਾ, ਕਿ ਉਹ ਜਿਉਂਦੀ ਹੈ ਨਹੀਂ ਜਿਉਂਦੀ। ਜੇ ਉਹਦੀ ਕੁੜੀ ਜਿਉਂਦੀ ਹੈ ਤਾਂ ਹੁਣ ਕੋਈ ਲਗਭਗ 40 ਸਾਲਾਂ ਦੇ ਨੇੜੇ ਤੇੜੇ ਹੋਣੀ ਹੈ ਜੀ, ਤੁਹਾਡੀ ਉਮਰ ਦੀ ਹੋਣੀ ਹੈ। ਅਤੇ ਅੰਦਰ ਉਹਦੇ ਘਰ ਦੇ ਉਹਦੇ ਪਿੱਛੇ ਇੱਕ ਬੜਾ ਹੈਂਡਸਮ ਲੜਕਾ ਸੀ ਜੀ, ਸਿੱਖ ਲੜਕਾ, ਜਵਾਨ ਹੋਣਾ ਕੋਈ 20-22 ਸਾਲ ਦਾ। ਉਹ ਬਾਅਦ 'ਚ ਪਤਾ ਲੱਗਾ ਕਿ ਉਹ ਸਕੂਟਰ ਰਿਕਸ਼ਾ ਚਲਾਉਂਦਾ ਸੀ, ਅਤੇ ਉਹ ਪਿਛਲੇ 1.5 ਦਿਨਾਂ ਦਾ ਜੀ ਉਹਦਾ ਜਿਹੜਾ ਪੇਟ ਸੀਗਾ ਉਹ ਚੀਰਿਆ ਗਿਆ ਸੀ, ਛੁਰੇ ਮਾਰੇ ਸੀ ਉਹਨੂੰ। ਉਹਨੇ ਆਪਣੀ ਪੱਗ ਬੰਨ੍ਹੀ ਸੀ ਜੀ ਪੱਟੀ ਕਰਕੇ, ਤਾਂ ਉਹ ਪਿਆ ਸੀ ਉੱਥੇ। ਉਹ ਸਾਨੂੰ ਇੱਕੋ ਚੀਜ਼ ਕਹਿੰਦਾ ਸੀ, ਮੈਨੂੰ ਪਾਣੀ ਦਿਓ। ਸਾਡੇ ਕੋਲ ਪਾਣੀ ਤਾਂ ਸੀਗਾ ਨਹੀਂ। ਉਹ ਵਿਚਾਰਾ ਫਿਰ ਸਾਨੂੰ ਪਤਾ ਲੱਗਾ ਬਾਅਦ ਵਿੱਚ, ਥੋੜ੍ਹੀ ਦੇਰ ਬਾਅਦ ਉਹ ਵੀ ਫੌਤ ਹੋ ਗਿਆ ਜੀ, ਗੁਜ਼ਰ ਗਿਆ। ਅਸੀਂ ਜੀ ਫਿਰ ਉੱਥੋਂ ਅਸੀਂ ਗਏ ਆਪਣੇ ਦਫ਼ਤਰ। ਉਹ ਪੁਲਿਸ ਵਾਲੇ ਸੀਗੇ, ਉਹਨਾਂ ਨੇ ਉੱਥੇ ਸ਼ੁਰੂ ਕਰਤਾ ਉਹ ਇਵੈਕੂਏਸ਼ਨ, ਜਿਹੜੀਆਂ ਡੈੱਡ ਬੋਡੀ ਸੀਗੀਆਂ ਉਹ ਸਫਾਈਆਂ ਥੋੜ੍ਹੇ ਸ਼ੁਰੂ ਕਰਤੀਆਂ ਉਹਨਾਂ ਨੇ। ਇੰਨੀ ਦੇਰ 'ਚ ਟਾਈਮ ਹੋਣਾ ਜੀ ਕੋਈ ਲਗਭਗ 9-9:30 ਵੱਜ ਗਏ ਹੋਣੇ ਰਾਤ ਦੇ। ਸਾਡੀ ਵੀ ਅਖਬਾਰ ਸੀਗੀ ਜੀ, ਅਸੀਂ ਵੀ ਆਪਣੀ ਰਿਪੋਰਟ ਲਿਖਣੀ ਸੀ। ਅਸੀਂ ਫਿਰ ਵਾਪਸ ਆਏ ਅਤੇ ਅਸੀਂ ਰਿਪੋਰਟ ਲਿਖੀ ਜੀ।
ਔਰ ਮੈਂ ਬੜੇ ਪ੍ਰਾਊਡਲੀ ਕਹਿਣਾ ਜੀ ਕਿ ਜੀ ਸਾਡੀ ਅਖਬਾਰ ਜਿਹੜੀ ਸੀਗੀ ਉਹੀ ਅਖਬਾਰ ਸੀ ਜਿਹਨੇ ਤ੍ਰਿਲੋਕਪੁਰੀ ਦਾ ਜਿਹੜਾ ਕਤਲੇਆਮ ਸੀ ਉਹ ਡਿਟੇਲ 'ਚ ਦਿੱਤਾ। ਜੋ ਜੋ ਤੁਸੀਂ ਲਿਖਿਆ ਉਹ ਛਪ ਗਿਆ। ਮੇਰੇ ਐਡੀਟਰ ਨੇ ਮੈਨੂੰ ਜੀ ਬੜਾ ਇੱਕ ਕੌਸ਼ਨ ਕੀਤਾ, ਐਡਵਾਈਸ ਕੀਤੀ ਕਿ ਇੰਨਾ ਡਿਸਕ੍ਰਿਪਸ਼ਨ ਨਾ ਦਿਓ ਉੱਥੇ। ਸੋ ਉਹ ਜਿਹੜਾ ਮੈਂ ਲਿਖਿਆ ਸੀਗਾ ਉਹ ਥੋੜ੍ਹਾ ਉਹਨਾਂ ਨੇ ਘਟਾ ਕੇ ਉਹਨਾਂ ਨੇ ਛਾਪਤਾ ਜੀ। ਕੋਈ ਮੈਂ ਕਹਿੰਦਾ ਜੇ ਮੈਂ 100% ਲਿਖਿਆ ਸੀ ਤੇ ਲਗਭਗ 60-70% ਛਪ ਗਿਆ ਜੀ। ਔਰ ਇੰਡੀਅਨ ਐਕਸਪ੍ਰੈਸ ਇੱਕੋ ਹੀ ਅਖਬਾਰ ਸੀ ਉਦੋਂ ਅਗਲੇ ਦਿਨ ਜਿਹਨੇ ਛਾਪਿਆ। ਹਾਲਾਂਕਿ ਸਾਡੇ ਨਾਲ ਹਿੰਦੁਸਤਾਨ ਟਾਈਮਜ਼ ਦਾ ਵੀ ਰਿਪੋਰਟਰ ਸੀਗਾ। ਤੁਸੀਂ 3 ਨਵੰਬਰ 84 ਦੀ ਅਖਬਾਰ ਕਹਿ ਰਹੇ ਹੋ। 3 ਨਵੰਬਰ ਸਵੇਰੇ ਦੀ ਅਖਬਾਰ ਦੇ ਵਿੱਚ ਇਹਦਾ ਫਰੰਟ ਪੇਜ ਤੇ ਇੰਡੀਅਨ ਐਕਸਪ੍ਰੈਸ ਦੀ ਹਾਲੇ ਵੀ ਕਲਿੱਪਿੰਗ ਹੈਗੀ ਮੇਰੇ ਕੋਲ, ਉਹਦਾ ਆਇਆ ਜੀ ਸਾਡੀ ਅਖਬਾਰ 'ਚ। ਫਿਰ ਲੋਕਾਂ ਨੂੰ ਪਤਾ ਲੱਗਾ ਕਿ ਅਸਲੀਅਤ ਕੀ ਹੈ। ਅਗਲੇ 2 ਦਿਨ 3 ਦਿਨ ਜੀ, 2 ਦਿਨ 3 ਦਿਨ ਕੀ ਅਗਲੇ ਕੋਈ 10-12 ਦਿਨ ਅਸੀਂ ਉਧਰਲੇ ਪਾਸੇ ਹੀ ਕੱਟਿਆ ਜੀ। ਫਿਰ ਲਗਾਤਾਰ ਰਿਪੋਰਟਿੰਗ ਕਰਦੇ ਰਹੇ। ਲਗਾਤਾਰ ਰਿਪੋਰਟਿੰਗ ਕੀਤੀ ਜੀ। ਔਰ ਅਗਲੇ ਦਿਨ ਜਦੋਂ ਸਾਡੀ ਰਿਪੋਰਟ ਅਸੀਂ ਫਿਰ ਗਏ ਜੀ ਤ੍ਰਿਲੋਕਪੁਰੀ ਅਗਲੇ ਦਿਨ ਸਵੇਰੇ, ਤੇ ਉੱਥੇ ਦੇਖਿਆ ਕਿ ਇੱਕ ਮੇਰਾ ਖਿਆਲ 1 ਜਾਂ 2 ਪੁਲਿਸ ਵਾਲੇ ਹੋਣੇ ਜੀ ਉੱਥੇ, ਕਿਉਂਕਿ ਉੱਥੇ ਬਚਿਆ ਹੀ ਕੱਖ ਨਹੀਂ ਸੀਗਾ ਜੀ। ਘਰ ਹੀ ਖਾਲੀ ਘਰ ਸੀਗੇ, ਮਰਦ ਮਾਰ ਦਿੱਤੇ ਗਏ ਸਾਰੇ। ਬਾਕੀ ਜਿਹੜੇ ਥੋੜੇ ਔਰਤਾਂ ਬੱਚੇ ਸੀਗੇ ਭੱਜ ਭੁੱਜ ਗਏ ਹੋਣੇ ਜੀ, ਸਾਨੂੰ ਤਾਂ ਪਤਾ ਨਹੀਂ ਕਿੱਥੇ ਗਏ। ਪਰ ਉਹ 2 ਗਲੀਆਂ ਜਿਹੜੀਆਂ ਸੀਗੀਆਂ ਜੀ ਉਹ ਤਾਂ ਬਿਲਕੁਲ ਖਾਲੀ ਕਰ ਦਿੱਤੀਆਂ। ਖਾਲੀ ਜੀ, ਖਾਲੀ ਬਿਲਕੁਲ ਖਾਲੀ, ਕੁਝ ਸੀਗਾ ਹੀ ਨਹੀਂ। ਉਹ ਵਾਲ ਪਏ ਸੀਗੇ ਗਲੀਆਂ 'ਚ, ਖੂਨ ਦੇ ਨਿਸ਼ਾਨ ਸੀਗੇ ਜੀ, ਕਾਲਾ ਹੋ ਗਿਆ ਸੀ ਖੂਨ। ਬਾਕੀ ਮੱਖੀਆਂ ਸੀਗੀਆਂ ਉੱਥੇ, ਤੇ ਹੋਰ ਤਾਂ ਕੱਖ ਨਹੀਂ ਸੀਗਾ ਜੀ ਉੱਥੇ। ਮੈਂ ਤੁਹਾਡੇ ਤੌਰ ਤੇ ਪੁੱਛਣਾ ਚਾਹੁੰਦਾ, ਤੁਸੀਂ ਪੜ੍ਹ ਲਿਖ ਕੇ ਇੱਕ ਅੰਗਰੇਜ਼ੀ ਅਖਬਾਰ ਦੇ ਮੁਕਾਮ ਤੱਕ ਪਹੁੰਚੇ। ਇਹ ਗੱਲ 79 ਤੋਂ 84 ਤੱਕ ਦੀ ਗੱਲ। ਇੱਕ ਚੰਗੀ ਭਲੀ ਸੁਸਾਇਟੀ 'ਚ ਤੁਸੀਂ ਰਹਿ ਰਹੇ ਸੀ ਉਸ ਵੇਲੇ, ਹੈਰਾਨ ਹੁੰਦੇ ਸੀ ਕੀ ਹੋ ਰਿਹਾ। ਜੀ ਇਹਦਾ ਤੇ ਕੋਈ ਅੰਤ ਨਹੀਂ ਹੈ ਜੀ, ਇਹਦਾ ਤੇ ਕੋਈ ਕਦੇ ਕਿਆਸਿਆ ਵੀ ਸੀ ਵੀ ਇਦਾਂ ਹੋ ਸਕਦਾ? ਸਵਾਲ ਹੀ ਨਹੀਂ ਜੀ, ਸਵਾਲ ਹੀ ਨਹੀਂ। ਇਹ ਤਾਂ ਜੀ ਬਿਲਕੁਲ ਜਿੱਦਾਂ ਫਿਰ ਅਸੀਂ ਅਗਲੇ 2-3 ਅਗਲੇ ਕਾਫੀ ਦਿਨਾਂ ਲਈ, ਕਾਫੀ ਹਫ਼ਤਿਆਂ ਲਈ, ਕਾਫੀ ਮਹੀਨਿਆਂ ਲਈ ਅਸੀਂ ਰਿਪੋਰਟਿੰਗ ਕੀਤੀ। ਫਿਰ ਸਾਨੂੰ ਪਤਾ ਲੱਗਾ, ਫਿਰ ਮੈਂ ਬੜਾ ਐਕਟਿਵਿਸਟ ਵੀ ਰਿਹਾ ਜੀ। ਮੈਂ ਰਿਪੋਰਟਾਂ ਫਾਈਲ ਕੀਤੀਆਂ, ਮੈਂ ਪਰਸਨਲੀ ਕੇਸ ਫਾਈਲ ਕੀਤੇ ਹਾਈ ਕੋਰਟ 'ਚ। ਉਹ ਕੋਈ ਬਣਿਆ ਨਹੀਂ ਉਹਨਾਂ ਦਾ, ਕਿਉਂਕਿ ਆ ਜਿਹੜੀ ਮਿਸ਼ਰਾ ਕਮਿਸ਼ਨ ਫਿਰ ਲੱਗੀ, ਉਹਦੇ ਬਾਅਦ ਇਨਕੁਆਇਰੀ ਕਮਿਸ਼ਨ, ਉਹ ਸਾਰੇ ਜਿਹੜੇ ਕੇਸ ਕੂਸ ਸੀਗੇ ਉਹਨਾਂ ਨੇ ਰਲ ਮਿਲ ਕੇ ਉਹ ਮਿਸ਼ਰਾ ਕਮਿਸ਼ਨ ਨੂੰ ਹੀ ਦੇ ਛੱਡੇ। ਫਿਰ ਮੈਂ ਡਿਪੋਜ਼ ਵੀ ਕੀਤਾ, ਮੈਂ ਗਵਾਹੀ ਵੀ ਦਿੱਤੀ, ਬੜੀਆਂ ਇਨਕੁਆਇਰੀਆਂ 'ਚ ਗਵਾਹੀਆਂ ਦਿੱਤੀਆਂ ਜੀ ਮੈਂ। ਬੜੀਆਂ ਇਨਕੁਆਇਰੀਆਂ ਹੋਈਆਂ, ਬੜੀਆਂ ਕਮੇਟੀਆਂ ਬਣੀਆਂ। ਲਗਭਗ ਮੇਰਾ ਖਿਆਲ 15 ਜਾਂ 16 ਕਮੇਟੀਆਂ ਬਣੀਆਂ ਜੀ 34 ਸਾਲਾਂ 'ਚ। ਉਸ ਮੋਸਟਲੀ ਸਾਰਿਆਂ 'ਚ ਹੀ ਮੈਂ, ਸਾਰਿਆਂ 'ਤੇ ਨਹੀਂ ਪਰ ਮੋਸਟਲੀ ਮੈਂ ਉਹਦੇ 'ਚ ਆਪਣੀ ਗਵਾਹੀ ਦਿੱਤੀ। ਪਰ ਇਹ ਉਮੀਦ ਨਹੀਂ ਸੀਗੀ ਜੀ ਕਿ ਇਹ ਸਟੇਟ ਜਿਹੜੀ ਹੈ, ਗਵਰਨਮੈਂਟ ਜਿਹੜੀ ਹੈ, ਸਰਕਾਰ ਜਿਹੜੀ ਹੈ, ਉਹ ਇਸ ਤਰ੍ਹਾਂ ਦੀ ਹਰਕਤ ਕਰ ਸਕਦੀ ਹੈ। ਔਰ ਇੰਨੀ ਪਲੈਨਡ ਔਰ ਕੈਲਕੂਲੇਟਡ ਤਰੀਕੇ ਦੇ ਨਾਲ, ਜਿੱਥੇ ਉਹਨਾਂ ਨੂੰ ਪਤਾ ਸੀ ਕਿ ਸਿੱਖ ਘਰ ਕਿੱਥੇ ਨੇ। ਉਹ ਹੁਣ ਦੇਖੋ ਜੀ, ਹੁਣ ਜਿੱਥੇ ਮੈਂ ਰਹਿੰਦਾ ਦਿੱਲੀ ਦੇ ਸਾਊਥ ਦਿੱਲੀ 'ਚ, ਇੱਥੇ ਵੀ ਕਾਲੋਨੀਆਂ 'ਚ ਸਿੱਖਾਂ ਦੇ ਘਰ ਉਹਨਾਂ ਦਿਨਾਂ 'ਚ ਗਿਣੇ ਚੁਣੇ ਹੁੰਦੇ ਸੀਗੇ। ਪਰ ਜਿਹੜੇ ਰਾਈਟਰ ਸੀਗੇ, ਜਿਹੜੇ ਮੌਬ ਸੀਗੇ, ਉਹਨਾਂ ਨੂੰ ਪਤਾ ਸੀ, ਕਿਉਂਕਿ ਲੋਕੀ ਜਿਹੜੇ ਲੋਕਲ ਸੀਗੇ ਉਹ ਉਹਨਾਂ ਨੂੰ ਦਿਖਾ ਕੇ ਲਿਆ ਕੇ ਉਹਨਾਂ ਨੇ ਲੁੱਟ ਮਾਰ ਕੀਤੀ, ਉਹਨਾਂ ਦੇ ਘਰ ਸਾੜੇ। ਔਰ ਜਿਹੜੇ ਬਾਕੀ ਰੀਸੈਟਲਮੈਂਟ ਕਾਲੋਨੀ ਸੀਗੀਆਂ, ਜਿਹੜਾ ਛੋਟੇ ਗਰੀਬ ਤਬਕੇ ਦਾ ਰਹਿਣ ਦਾ ਏਰੀਆ ਸੀਗਾ, ਉੱਥੇ ਤਾਂ ਸਾਰਿਆਂ ਨੂੰ ਪਤਾ ਸੀ ਕੌਣ ਕਿੱਥੇ ਰਹਿੰਦਾ ਹੈ। ਤੇ ਉਹਨਾਂ ਨੇ ਬੜੀ ਕੈਲਕੂਲੇਟਡ ਤਰੀਕੇ ਦੇ ਨਾਲ ਵੋਟਰ ਲਿਸਟ ਲਈਆਂ ਕਾਂਗਰਸ ਪਾਰਟੀ ਵਾਲੇ ਦੇ, ਜਿਹੜੇ ਉਹਨਾਂ ਦੇ ਹਮਾਇਤੀ ਸੀਗੇ ਜਾਂ ਉਹਨਾਂ ਦੇ ਜਿਹੜੇ ਵਰਕਰ ਸੀਗੇ, ਉਹ ਲਿਸਟਾਂ ਲਿਆਏ। ਉਹਨਾਂ ਨੂੰ ਸਭ ਪਤਾ ਸੀ ਕਿ ਕਿੱਥੇ ਹੋਇਆ। ਅਸੀਂ ਦੇਖਿਆ ਜੀ ਕਿ ਲੋਕਾਂ ਨੂੰ, ਗ੍ਰੰਥੀਆਂ ਨੂੰ ਫੜ ਕੇ, 1-2 ਵਾਰਦਾਤ ਇਹ ਵੀ ਹੋਈਆਂ, ਉਹਨਾਂ ਨੇ ਗ੍ਰੰਥੀਆਂ ਨੂੰ ਫੜ ਕੇ ਮਿੱਟੀ ਦਾ ਤੇਲ ਛਿੜਕ ਕੇ
ਪਬਲਿਕ 'ਚ ਅੱਗ ਲਾਈ, ਕਿਸੇ ਨੇ ਕੁਝ ਨਹੀਂ ਹੋਇਆ। ਇੱਕ ਗਾਂਧੀ ਨਗਰ ਵੀ ਟਰਾਂਸ ਜਮਨਾ ਏਰੀਆ ਹੈਗਾ, ਅਸੀਂ ਗਏ ਇਹ ਤ੍ਰਿਲੋਕਪੁਰੀ ਦੀ ਵਾਰਦਾਤ ਤੇ ਮੇਰੇ ਖਿਆਲ 1-2 ਦਿਨ ਬਾਅਦ, ਤੇ ਉੱਥੇ ਅਸੀਂ ਦੇਖਿਆ ਇੱਕ ਘਰ ਦੇ ਇਰਦ ਗਿਰਦ ਹਜ਼ਾਰਾਂ ਬੰਦੇ ਖੜੇ ਨੇ। ਉਹ ਕਹਿ ਰਹੇ ਨੇ ਕਿ ਉਹ ਸਾਨੂੰ ਕਿਹਾ ਉਹਨਾਂ ਨੇ ਕਿ ਜੀ ਇੱਥੇ ਅੰਦਰ ਇੱਕ ਸਰਦਾਰ ਬੈਠੇ ਨੇ ਜਿਨ੍ਹਾਂ ਕੋਲ ਬੰਦੂਕਾਂ ਹੈਗੀਆਂ, ਉਹ ਸਾਡੇ 'ਤੇ ਬੰਦੂਕਾਂ ਚਲਾ ਰਹੇ ਨੇ। ਅਸੀਂ ਗਏ ਜੀ, ਉੱਥੇ ਪੁਲਿਸ ਸਟੇਸ਼ਨ ਸੀਗਾ ਨਾਲ, ਉੱਥੇ ਉਹਨਾਂ ਬਾਈ ਦੈਟ ਟਾਈਮ ਉਸ ਵੇਲੇ ਤੱਕ ਫੌਜ ਨੂੰ ਇਹਨਾਂ ਨੇ ਡਿਪਲੋਏ ਕਰਤਾ ਸੀ। ਫੌਜ ਕਾਫੀ ਆ ਗਈ ਸੀ, ਪਰ ਫੌਜ ਨੂੰ ਆਰਡਰ ਕੋਈ ਨਹੀਂ ਸੀ ਗੋਲੀ ਚਲਾਉਣ ਦਾ, ਫੌਜ ਨੂੰ ਕੋਈ ਆਰਡਰ ਨਹੀਂ ਸੀ ਕਰਫਿਊ ਇੰਪੋਜ਼ ਕਰਨ ਦਾ। ਬਸ ਫੌਜ ਉਹਨਾਂ ਨੇ ਬੁਲਾ ਲਈ ਸੀ, ਮੇਰਠ ਤੋਂ ਬੁਲਾਈ, ਰਾਜਸਥਾਨ ਤੋਂ ਬੁਲਾਈ, ਯੂਪੀ ਤੋਂ ਬੁਲਾਈ, ਇੱਧਰ ਉੱਧਰੋਂ ਬੁਲਾਈਆਂ ਯੂਨਿਟਾਂ ਬੁਲਾਈਆਂ, ਪਰ ਉਹਨਾਂ ਨੂੰ ਕੋਈ ਪਾਵਰ ਨਹੀਂ ਦਿੱਤੀ ਕਿ ਜੀ ਤੁਸੀਂ ਆਹ ਕਰ ਸਕਦੇ ਹੋ, ਤੁਸੀਂ ਗੋਲੀ ਚਲਾ ਸਕਦੇ ਹੋ। ਉੱਥੇ ਮੈਨੂੰ ਹਾਲੇ ਵੀ ਯਾਦ ਹੈ ਜੀ, ਇੱਕ ਮੇਜਰ ਸਾਹਿਬ ਸੀਗੇ, ਬੜੇ ਵਧੀਆ ਆਦਮੀ ਸੀ। ਉਹਨਾਂ ਨੂੰ ਅਸੀਂ ਕਿਹਾ ਕਿ ਜੀ ਇਹ ਤੁਹਾਡੇ ਪੁਲਿਸ ਸਟੇਸ਼ਨ ਦੇ ਪਿੱਛੇ ਇਹ ਵਾਰਦਾਤ ਹੋ ਰਹੀ ਹੈ, ਇੱਕ ਬੜਾ ਵੱਡਾ ਮੌਬ ਹੈਗਾ ਤੇ ਉਹ ਇੱਕ ਘਰ ਤੇ ਹਮਲਾ ਕਰ ਰਹੇ, ਉਹਨਾਂ ਨੇ ਘੇਰਿਆ ਹੋਇਆ। ਤੇ ਉਹਨੇ ਉਸੇ ਵੇਲੇ ਜੀ ਸਾਡੇ ਨਾਲ ਆਇਆ। ਉਹ ਸੀਗਾ ਮੇਜਰ ਸਾਹਿਬ ਸੀਗੇ, ਇੱਕ ਪੁਲਿਸ ਆਫਸਰ ਸੀਗਾ, ਸੀਨੀਅਰ ਪੁਲਿਸ ਅਫਸਰ, ਡਿਪਟੀ ਕਮਿਸ਼ਨਰ ਆਫ ਪੁਲਿਸ ਸੀ, ਔਰ ਉਹਦਾ ਫੌਜੀ ਦਾ JCO ਸੀਗਾ ਜੀ, ਜੂਨੀਅਰ ਕਮਿਸ਼ਨ ਅਫਸਰ। ਉਹ ਅਸੀਂ ਗਏ ਜੀ ਉਹ ਘਰ 'ਚ, ਤੇ ਉਹ 3 ਮੰਜ਼ਲੀ ਘਰ ਸੀ ਜੀ। ਉੱਥੇ ਅਸੀਂ ਪਹਿਲਾਂ ਹੇਠਾਂ ਵੜੇ, ਮੈਂ ਉੱਪਰ ਆਵਾਜ਼ ਦਿੱਤੀ ਕਿ ਜੀ ਤੁਸੀਂ ਜੇ ਗੋਲੀ ਸਾਡੇ 'ਤੇ ਨਾ ਚਲਾਉਣਾ, ਅਸੀਂ ਪ੍ਰੈਸ ਰਿਪੋਰਟਰ ਹੈਗੇ ਆ, ਸਾਡੇ ਨਾਲ ਆਰਮੀ ਮਿਲਟਰੀ ਵੀ ਹੈਗੀ, ਨਾਲ ਪੁਲਿਸ ਵੀ ਹੈਗੀ, ਤੁਸੀਂ ਪਲੀਜ਼ ਸਾਡੇ 'ਤੇ ਗੋਲੀ ਨਾ ਚਲਾਉਣਾ। ਕੋਈ ਆਵਾਜ਼ ਨਹੀਂ ਆਈ ਜੀ। ਉਹ ਘਰ ਤਾਂ ਬਿਲਕੁਲ ਉਜਾੜਿਆ ਹੋਇਆ ਸੀਗਾ, ਲੁੱਟਮਾਰ ਹੋਈ ਸੀ ਉਹਦੇ। ਅਸੀਂ ਦੂਜੀ ਮੰਜ਼ਿਲ ਗਏ ਤਾਂ ਵੀ ਕੁਛ ਨਹੀਂ ਜੀ, ਤੀਜੀ ਮੰਜ਼ਿਲ ਗਏ ਤਾਂ ਵੀ ਕੁਛ ਨਹੀਂ। ਫਿਰ ਛੱਤ 'ਤੇ ਪਹੁੰਚੇ ਜੀ, ਉੱਥੇ ਅਸੀਂ ਕੀ ਦੇਖਿਆ ਕਿ ਇੱਕ ਕੋਈ 80 ਸਾਲਾਂ ਦੀ ਬੁੱਢੀ ਔਰਤ ਜੀ, ਸਿੱਖ ਔਰਤ, ਉਹ ਬੈਠੀ ਹੈ, ਔਰ ਉਹ ਪਥਰਾਓ ਹੋ ਕੇ ਉਹ ਵਿਚਾਰੀ ਡਰੀ ਪਈ ਸੀ, 80 ਸਾਲ ਦੀ, ਕੋਨੇ 'ਚ ਬੈਠੀ ਸੀ। ਉਹਦਾ ਜਿਹੜਾ ਟੱਬਰ ਸੀਗਾ ਉਹ ਚਲੇ ਗਏ ਸੀਗੇ ਜੀ, ਨਾ ਕੋਈ ਨੇੜੇ ਹਿੰਦੂ ਘਰਾਂ 'ਚ ਉਹਨਾਂ ਨੂੰ ਪਨਾਹ ਮਿਲੀ ਸੀ, ਤੇ ਉਹਨੇ ਜਾਣ ਤੋਂ ਇਨਕਾਰ ਕਰਤਾ ਸੀਗਾ ਇਹ ਲੇਡੀ ਨੇ, ਇਹ ਜਿਹੜੀ ਬੁੱਢੀ ਔਰਤ ਸੀਗੇ ਉਹਨਾਂ ਨੇ। ਤਾਂ ਉਹ ਬੈਠੀ ਸੀ, ਉਹਨੂੰ ਅਸੀਂ ਫਿਰ ਫੜ ਕੇ ਲੈ ਕੇ ਆਏ ਮਿਲਟਰੀ ਵਾਲੇ ਔਰ ਪੁਲਿਸ ਵਾਲੇ। ਸੋ ਇਹ ਅਗਲੇ 4-5 ਦਿਨਾਂ ਇਮੀਡੀਏਟਲੀ ਬਾਅਦ ਉਹਦੇ ਜੀ ਅਸੀਂ ਬਹੁਤ ਕੁਝ ਦੇਖਿਆ ਉੱਥੇ, ਕਿ ਜਿਹੜੀ ਸਟੇਟ ਸੀਗੀ, ਜਿਹੜੇ ਲੋਕੀ ਸੀਗੇ, ਜਿਹੜੇ ਅਫੀਸ਼ੀਅਲ ਸੀਗੇ, ਉਹਨਾਂ ਨੇ ਕੋਈ ਮਦਦ ਨਹੀਂ ਕੀਤੀ ਜੀ ਸਿੱਖਾਂ ਦੀ। ਜਿਹੜੇ ਰਿਫਿਊਜੀ ਕੈਂਪਾਂ 'ਚ ਬੈਠੇ ਸੀ, ਜਿਹੜੇ ਗੁਰਦੁਆਰਿਆਂ 'ਚ ਪਨਾਹ ਲੈ ਰਹੇ ਸੀ, ਉਹਨਾਂ ਨੇ, ਜਿਹੜੇ ਪੁਲਿਸ ਅਫਸਰ ਸੀਗੇ ਔਰ ਪੁਲਿਸ ਵਾਲੇ ਲੋਕਲ ਅਫਸਰ ਸੀ, ਉਹਨਾਂ ਨੇ ਤਾਂ ਆਰਮੀ ਨੂੰ ਇਤਲਾਹ ਵੀ ਨਹੀਂ ਦਿੱਤੀ ਕਿ ਇਹ ਆਰਮੀ ਲੱਭ ਰਹੀ ਸੀਗੀ ਕਿ ਬਈ ਕਿੱਥੇ ਸਾਨੂੰ ਮਿਲੇ, ਅਸੀਂ ਉਹਨਾਂ ਨੂੰ ਰਾਸ਼ਨ ਦਈਏ, ਅਸੀਂ ਉਹਨਾਂ ਨੂੰ ਪ੍ਰੋਟੈਕਸ਼ਨ ਦਈਏ, ਅਸੀਂ ਉਹਨਾਂ ਨੂੰ ਸਿਕਿਉਰਿਟੀ ਦਈਏ। ਮਜਾਲ ਹੈ ਜੀ ਉਹਨਾਂ ਨੂੰ ਦੱਸਿਆ ਵੀ ਹੋਵੇ ਕਿ ਜੀ ਇੱਧਰ ਫਲਾਣੇ ਗੁਰਦੁਆਰੇ 'ਚ ਬੈਠੇ ਹੈ ਜਾਂ ਫਲਾਣੇ ਕੈਂਪ 'ਚ ਬੈਠੇ ਹੈ। ਇਸ ਨੂੰ ਸਾਰੇ ਨੂੰ ਸਟੇਟ ਸਪਾਂਸਰਡ ਜੈਨੋਸਾਈਡ ਮੰਨਦੇ ਹੋ? ਟੋਟਲ ਜੀ 100% ਮੈਂ ਮੰਨਦਾ ਜੀ ਕਿ ਇਹ, ਜਿਹਨੂੰ ਅੰਗਰੇਜ਼ੀ ਦਾ ਵਰਡ ਹੈ ਜੀ ਪੋਗਰਾਮ, ਉਹ ਮੈਂ ਤਾਂ ਮੰਨਦਾ ਕਿ ਇਹ ਪੋਗਰਾਮ ਹੋਇਆ ਸੀ ਜੀ। ਔਰ ਪਹਿਲੀ ਵਾਰੀ ਇਹਨਾਂ ਨੇ ਆਪਣੇ, ਔਰ ਗਾਂਧੀ ਸਾਹਿਬ, ਰਾਜੀਵ ਗਾਂਧੀ ਸਾਹਿਬ ਜਿਹੜੇ ਉਦੋਂ ਪ੍ਰਾਈਮ ਮਿਨਿਸਟਰ ਬਣ ਗਏ ਸੀਗੇ, ਉਹਨਾਂ ਨੇ ਤਾਂ ਕਿਹਾ ਹੀ ਸੀਗਾ कि जब एक बड़ा पेड़ गिरता है तो धरती थोड़ी बहुत तो हिलती है। सो ऑफिशियली ਤਾਂ ਕਹਿੰਦੇ ਜੀ 2733 ਬੰਦੇ ਮਰੇ ਜੀ। ਉਹ ਜਿਹੜੀ ਆ ਸਰਕਾਰੀ ਅੰਕੜਿਆਂ ਦੇ ਮੁਤਾਬਕ 2733 ਬੰਦੇ ਮਰੇ ਜੀ। ਹਿਊਮਨ ਰਾਈਟਸ ਆਰਗੇਨਾਈਜੇਸ਼ਨ ਕਹਿੰਦੀਆਂ ਕਿ ਲਗਭਗ ਡਬਲ ਸੀਗਾ ਜੀ ਉਹਦਾ, ਕੋਈ 4-4.5 ਹਜ਼ਾਰ ਸੀਗੇ। ਹੁਣ ਚਲੋ ਜੇ ਤੁਸੀਂ 2700 ਵੀ ਮੰਨ ਲਓ, 2733 ਵੀ ਮੰਨ ਲਓ, ਉਹਦੇ ਚੋਂ 98% 98% ਜਿਹੜੇ ਸੀਗੇ ਉਹ ਸਿੱਖ ਸੀ ਜੀ। ਔਰ ਬੜੇ ਵਾਕਿਆ ਹੋਏ ਜੀ ਸਾਡੇ ਨਾਲ। ਜਦੋਂ ਅਸੀਂ ਪੁਲਿਸ ਨੂੰ ਮਿਲੇ, ਉਹਨਾਂ ਕੋਲ ਬੰਦੂਕਾਂ ਸੀਗੀਆਂ, ਉਹਨਾਂ ਕੋਲ ਵੈਪਨ ਸੀਗੇ। ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਕਰਾਊਡ ਦੇ ਵਿੱਚ ਹਵਾਈ ਫਾਇਰ ਹੀ ਕਰ ਦਿਓ। ਔਰ ਜਿਹੜੇ ਮੌਬ ਹੈਗੇ ਨੇ ਉਹ ਵੈਸੇ ਹੁੰਦੇ ਡਰਪੋਕ ਨੇ ਜੀ ਮੌਬ, ਜੇ ਕੋਈ ਗੋਲੀ ਗਾਲੀ ਚੱਲ ਜਾਂਦੀ ਉਹ ਨੱਸ ਜਾਂਦੇ। ਮਜਾਲ ਹੈ ਉਹਨਾਂ ਨੇ ਚਲਾਇਆ ਜੀ, ਕੁਛ ਨਹੀਂ। ਕੁਝ ਥਾਵਾਂ ਤੇ ਕਹਿੰਦੇ ਸਿੱਖਾਂ ਨੇ ਆਪਣੇ ਆਪ ਨੂੰ ਸ਼ਸਤਰਾਂ ਨਾਲ ਆਪਣਾ ਬਚਾਅ ਵੀ ਕੀਤਾ, ਕੋਸ਼ਿਸ਼ ਕੀਤੀ ਜੀ ਪੂਰੀ। ਜੇ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ। ਹੁਣ ਸਾਡੇ ਗੁਆਂਢ 'ਚ ਵੀ ਲੋਕੀ ਰਹਿੰਦੇ ਨੇ, ਐਕਸ ਮਿਲਟਰੀ ਵਾਲੇ ਨੇ, ਉਹਨਾਂ ਕੋਲ ਵੈਪਨ ਸੀਗੇ, ਉਹਨਾਂ ਨੇ ਵੀ ਆਪਣੇ ਵੈਪਨ ਕੱਢ ਲਏ ਜੀ।
ਔਰ ਫਾਈਨਲੀ ਤਾਂ ਉਹ ਛਾਉਣੀ ਜਾ ਕੇ ਉਹਨਾਂ ਦੀ ਰਿਸ਼ਤੇਦਾਰੀ ਸੀਗੀ ਇੱਥੇ ਮਿਲਟਰੀ ਵਾਲਿਆਂ ਕੋਲ, ਉਹਨਾਂ ਨੇ ਪਨਾਹ ਉੱਥੇ ਲਈ। ਪਰ ਬੜੇ ਬੜੇ ਵਾਕਿਆ ਹੋਏ ਜੀ ਜਿੱਥੇ ਗੋਲੀਆਂ ਵੀ ਚੱਲੀਆਂ ਔਰ ਨਜਾਇਜ਼ ਗੋਲੀਆਂ ਵੀ ਚੱਲੀਆਂ ਪੁਲਿਸ ਵੱਲੋਂ, ਔਰ ਜਿਨ੍ਹਾਂ ਨੇ ਆਪਣੇ ਸੈਲਫ ਡਿਫੈਂਸ ਦੇ ਵਿੱਚ ਸਿੱਖਾਂ ਨੇ ਗੋਲੀਆਂ ਚਲਾਈਆਂ ਦਿੱਲੀ 'ਚ, ਉਹਨਾਂ ਨੂੰ ਉਲਟਾ ਪੁਲਿਸ ਵਾਲਿਆਂ ਨੇ ਗੋਲੀ ਚਲਾ ਕੇ ਮਾਰਿਆ। ਸੋ ਇਹ ਤਾਂ ਜਿਹੜੇ ਸੀਗਾ ਨਾ ਜੀ ਟੋਟਲ ਸਟੇਟ ਸਪਾਂਸਰਡ, ਜਿੰਨਾ ਤੁਸੀਂ ਕਿਹਾ ਜੈਨੋਸਾਈਡ ਸੀਗਾ, ਟੋਟਲੀ ਸਟੇਟ ਸਪਾਂਸਰਡ ਸੀਗਾ ਜੀ। ਉਹਨਾਂ ਨੇ ਬਦਲਾ ਲੈਣਾ ਸੀਗਾ ਮਿਸਿਸ ਗਾਂਧੀ ਲਈ, ਔਰ ਉਹ 2-3 ਦਿਨ 72 ਘੰਟਿਆਂ 'ਚ ਉਹਨਾਂ ਨੇ ਆਪਣਾ ਜਿਹੜਾ ਗਰਮੈਸ਼ ਸੀਗੀ, ਜਿਹੜੀ ਉਹਨਾਂ ਨੇ ਰਿਵੈਂਜ ਲੈਣਾ ਸੀ ਜੀ, ਉਹ ਉਹਨਾਂ ਨੇ ਪੂਰਾ ਕਰ ਲਿਆ। ਮੈਂ ਜਾਣਨਾ ਚਾਹੁੰਦਾ ਕਿ ਜਦੋਂ ਤੁਸੀਂ ਇਹ ਸਾਰੀ ਰਿਪੋਰਟਿੰਗ ਕੀਤੀ ਕਿ ਇਸ ਦੇ ਰਿਵਰਸ ਵਿੱਚ ਤੁਹਾਨੂੰ ਕੋਈ ਸੇਕ ਝੱਲਣਾ ਪਿਆ? ਨਹੀਂ ਜੀ, ਉਦੋਂ ਤੇ ਸੇਕ ਕੋਈ ਨਹੀਂ ਲੱਗਾ ਸਾਨੂੰ, ਸੱਚੀ ਗੱਲ ਤੁਹਾਨੂੰ ਦੱਸਾਂ, ਸੇਕ ਨਹੀਂ ਲੱਗਾ। ਔਰ ਮੈਂ ਬੜੇ ਵੱਡੇ ਵੱਡੇ ਅਫਸਰਾਂ ਦੇ ਬਰਖਲਾਫ ਪਰਸਨਲੀ ਮੈਂ ਪਬਲਿਕ ਇੰਟਰਸਟ ਲਿਟੀਗੇਸ਼ਨਾਂ ਕੀਤੀਆਂ, ਔਰ ਉਦੋਂ ਮੈਨੂੰ ਕੋਈ ਪਰਸਨਲੀ ਕਿਸੇ ਨੇ ਹੈਰੈਸਮੈਂਟ ਨਹੀਂ ਕੀਤੀ, ਕੋਈ ਤੰਗ ਨਹੀਂ ਕੀਤਾ, ਕੋਈ ਧਮਕੀ ਨਹੀਂ ਦਿੱਤੀ, ਔਰ ਕੋਈ ਐਸੀ ਮੇਰੇ ਨਾਲ ਪਰਸਨਲੀ ਕੋਈ ਵਾਰਦਾਤ ਨਹੀਂ ਹੋਈ। ਔਰ ਨਾ ਹੀ ਮੈਂ ਜਾਣਦਾ, ਕਿਉਂਕਿ ਉਹਨਾਂ ਦਿਨਾਂ 'ਚ ਤੇ ਮੈਂ ਬੜਾ ਐਕਟਿਵ ਸੀਗਾ ਰਿਪੋਰਟਿੰਗ 'ਚ, ਲੋਕਲ ਰਿਪੋਰਟਿੰਗ 'ਚ, ਪਰ ਮੈਨੂੰ ਕੋਈ ਐਸਾ ਵਾਕਿਆ ਨਹੀਂ ਹੋਇਆ ਜੀ ਕਿ ਜਿਵੇਂ ਤੁਸੀਂ ਦੱਸਿਆ ਕਿ ਉਸ ਟਾਈਮ ਤੁਹਾਡੀ ਅਖਬਾਰ ਇੰਡੀਅਨ ਐਕਸਪ੍ਰੈਸ ਸਰਕਾਰ ਦੇ ਖਿਲਾਫ ਖਬਰਾਂ ਲਾ ਰਹੀ ਸੀ ਜਾਂ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ ਖੜ ਰਹੀ ਸੀ। ਜਦੋਂ ਤੁਸੀਂ ਰਿਪੋਰਟਿੰਗ ਆਪਣੇ ਕਹਿਣ ਅਨੁਸਾਰ ਕਿ ਇੱਕ ਚੰਗੀ ਰਿਪੋਰਟਿੰਗ ਜੋ ਤੁਸੀਂ ਕਰ ਸਕਦੇ ਸੀ ਉਹ ਕੀਤੀ, ਫਿਰ ਸਰਕਾਰ ਨੇ ਕੀ ਰਿਸਪੌਂਸ ਕੀਤਾ ਅਖਬਾਰ ਪ੍ਰਤੀ? ਕੋਈ ਇਹੋ ਜਿਹਾ ਤੁਹਾਡੀ ਜਾਣਕਾਰੀ 'ਚ ਹੋਵੇ? ਨਹੀਂ ਜੀ, ਉਦੋਂ ਨਹੀਂ ਕੋਈ ਐਡਾ ਰਿਸਪੌਂਸ ਨਹੀਂ ਹੋਇਆ ਜੀ। ਮੈਂ ਉਹਦੇ ਬਾਅਦ ਫਿਰ ਪੰਜਾਬ ਵੀ ਮੇਰੀ ਪੋਸਟਿੰਗ ਹੋ ਗਈ ਪੰਜਾਬ ਦੇ ਵਿੱਚ ਵੀ ਮੈਂ ਬੜੀ ਕਵਰੇਜ ਕੀਤੀ ਜੀ। ਮੈਂ ਜਾਣਨਾ ਚਾਹੁੰਦਾ ਪੰਜਾਬ 'ਚ ਕਿੰਨੇ ਤੋਂ ਕਿੰਨੇ ਸਮੇਂ ਤੱਕ ਤੁਸੀਂ? ਮੈਂ ਸੀਗਾ ਜੀ 85 10 ਪੂਰਾ ਸਾਲ। ਮੈਂ 84 'ਚ ਵੀ ਬਲੂ ਸਟਾਰ ਦੀ ਕਵਰੇਜ ਬੜੀ ਕੀਤੀ ਸੀ ਜੀ। ਸਾਡਾ ਮੈਂ ਪਹਿਲਾ ਰਿਪੋਰਟਰ ਸੀਗਾ ਜਿਹੜਾ ਇੰਡੀਅਨ ਐਕਸਪ੍ਰੈਸ ਤੋਂ ਬਲੂ ਸਟਾਰ ਦੇ ਬਾਅਦ ਅੰਮ੍ਰਿਤਸਰ ਜਾ ਕੇ ਚਸ਼ਮੇ ਗਵਾਈ ਰਿਪੋਰਟਿੰਗ ਕੀਤੀ ਜੀ, ਉੱਥੇ ਕੀ ਹੋਇਆ ਕੀ ਨਹੀਂ ਹੋਇਆ। ਤੇ ਮੈਂ ਉੱਥੇ ਕੋਈ ਬਲੂ ਸਟਾਰ ਦੇ ਬਾਅਦ ਕੋਈ 2 ਹਫ਼ਤੇ ਰਿਹਾ ਹੋਵਾਂਗਾ ਅੰਮ੍ਰਿਤਸਰ 'ਚ, ਔਰ ਪੂਰੇ ਇਰਦ ਗਿਰਦ ਏਰੀਆ 'ਚ ਵੀ ਘੁੰਮਿਆ, ਤਰਨਤਾਰਨ ਆਸੇ ਪਾਸੇ ਸਾਰੀ ਮੈਂ ਰਿਪੋਰਟਿੰਗ ਕੀਤੀ ਜੀ। ਉਦੋਂ ਵੀ ਕੋਈ ਔਰ ਇੰਡੀਅਨ ਐਕਸਪ੍ਰੈਸ ਨੇ ਪੂਰੀ ਛਾਪੀਆਂ ਜੀ, ਖਬਰਾਂ ਪੂਰੀਆਂ ਛਾਪੀਆਂ। ਫਿਰ ਮੈਂ 85 ਦੇ ਵਿੱਚ ਮੇਰੀ ਪੋਸਟਿੰਗ ਹੋ ਗਈ ਜੀ ਅੰਮ੍ਰਿਤਸਰ ਇੰਡੀਅਨ ਐਕਸਪ੍ਰੈਸ ਵੱਲੋਂ ਹੀ। ਫਿਰ ਵੀ ਮੈਂ ਉਦੋਂ ਤਾਂ ਮਿਲੀਟੈਂਸੀ ਪੂਰੀ ਚੱਲ ਰਹੀ ਸੀਗੀ ਜੀ, ਤੇ ਉਦੋਂ ਵੀ ਮੈਂ ਬੜੀ ਕਵਰੇਜ ਕੀਤੀ ਜੀ। ਮੈਂ ਕਿੰਨਾ ਸਮਾਂ ਕੰਮ ਕੀਤਾ ਤੁਸੀਂ? ਸਾਲ ਕੁ ਮੈਂ ਸੀਗਾ ਜੀ ਉੱਥੇ। ਉਹਦੇ ਬਾਅਦ ਫਿਰ ਮੈਂ ਬਾਹਰ ਚਲਾ ਗਿਆ ਜੀ, ਮੈਨੂੰ ਇੱਕ ਵਜ਼ੀਫਾ ਮਿਲ ਗਿਆ ਸੀ, ਮੈਂ ਬਾਹਰ ਪੜ੍ਹਨ ਚਲਾ ਗਿਆ ਸੀ। ਤੁਸੀਂ 85 ਤੋਂ 86 ਤੱਕ ਅੰਮ੍ਰਿਤਸਰ ਰਹੇ? ਨਹੀਂ, 85 ਰਿਹਾ ਜੀ ਮੈਂ ਅੰਮ੍ਰਿਤਸਰ। 86 ਨਹੀਂ 84 ਤੋਂ 85 ਰਿਹਾ ਜੀ, ਲੇਟ 84 ਤੋਂ ਲੇਟ 85 ਜੀ। ਉਹਦੇ ਬਾਅਦ ਫਿਰ ਮੈਂ ਚਲਾ ਗਿਆ ਜੀ ਉੱਥੇ। ਤੁਸੀਂ ਇੰਨਾ ਕੁਝ ਦਿਲ 'ਚ ਸਾਂਭ ਬੈਠੇ ਹੋ, ਇਹ ਸਾਰਾ ਕੁਝ ਕਿਤਾਬ 'ਚ ਕਲਮਬੰਦ ਲਈ ਸੋਚਦੇ ਹੋ ਜਾਂ ਤੁਹਾਡੀ ਕਿਤਾਬ ਕੋਈ ਆਈ ਹੋਵੇ? ਮੇਰੀ ਕਿਤਾਬ ਆਈ ਸੀ ਜੀ, ਅਸੀਂ ਕਿਤਾਬ ਲਿਖੀ ਸੀਗੀ ਇੱਕ, ਛਾਪੀ ਸੀ ਉਹ 84 ਦੇ ਅਖੀਰ 'ਚ ਹੀ ਛਾਪੀ ਸੀ। ਮੇਰੇ ਖਿਆਲ ਇਹ ਜਿਹੜਾ ਵਾਰਦਾਤ ਹੋਈ ਹੈ ਇਹਦੇ ਕੋਈ 2-3 ਮਹੀਨੇ ਦੇ ਬਾਅਦ। ਉਹਦਾ ਨਾਮ ਸੀ ਜੀ ਅਸੈਸੀਨੇਸ਼ਨ ਐਂਡ ਆਫਟਰ, ਅੰਗਰੇਜ਼ੀ ਦੀ ਕਿਤਾਬ ਸੀ। ਉਹਦੇ 'ਚ 4 ਬੰਦਿਆਂ ਨੇ ਲਿਖਿਆ ਸੀ ਜੀ। ਇੱਕ ਸ਼ੇਖਰ ਗੁਪਤਾ ਸੀ, ਉਹਨਾਂ ਦਿਨਾਂ 'ਚ ਐਡੀਟਰ ਹੁੰਦਾ ਸੀ ਉਹ ਇੰਡੀਆ ਟੁਡੇ 'ਚ। ਇੱਕ ਅਰੁਣ ਸ਼ੋਰੀ ਸੀ, ਉਹ ਸਾਡੇ ਐਡੀਟਰ ਹੁੰਦੇ ਸੀ ਜੀ ਇੰਡੀਅਨ ਐਕਸਪ੍ਰੈਸ 'ਚ। ਇੱਕ ਪ੍ਰਨੋਏ ਰॉय ਸੀ ਜੀ ਜਿਹੜਾ NDTV ਦਾ ਮਾਲਕ ਹੈ, ਉਹਨੇ ਇਲੈਕਸ਼ਨ ਬਾਰੇ ਲਿਖਿਆ। ਸ਼ੇਖਰ ਨੇ ਜਿਹੜੀ ਅਸੈਸੀਨੇਸ਼ਨ ਸੀਗੀ ਉਹਦੇ ਬਾਰੇ ਲਿਖਿਆ। ਸ਼ੋਰੀ ਸਾਹਿਬ ਨੇ ਉਹਦੀ ਸਾਰੀ ਜਿਹੜੀ ਪੋਲਿਟਿਕਸ ਸੀਗੀ, ਜਿਹੜੀ ਸਿੱਖ ਪੋਲਿਟਿਕਸ ਔਰ ਮਿਸਿਸ ਗਾਂਧੀ ਦੀ ਪੋਲਿਟਿਕਸ, ਉਹਦੇ ਕਾਂਗਰਸ ਪੋਲਿਟਿਕਸ, ਉਹਦੇ ਬਾਰੇ ਲਿਖਿਆ। ਤੇ ਮੈਂ ਇਹ ਰਾਈਟਿੰਗ ਬਾਰੇ ਲਿਖਿਆ ਜੀ, ਇਹ ਜਿਹੜੀ 84 ਦੀ ਰਾਈਟਿੰਗ। ਤੁਸੀਂ ਕਿਤਾਬ ਦਾ ਨਾਮ ਦੱਸ ਦਿਓ ਤੇ ਇਹ ਵੀ ਦੱਸ ਦਿਓ ਕਿ ਕੀ ਉਸ ਦੀ ਅਵੇਲੇਬਿਲਿਟੀ ਮਾਰਕੀਟ 'ਚ ਇਸ ਵੇਲੇ ਹੈ? ਇਹ ਛਪੀ ਸੀ ਜੀ, ਰੋਲੀ ਬੁੱਕਸ ਹੈਗਾ ਇੱਕ ਪਬਲਿਸ਼ਰ, ਉਹ ਰੋਲੀ ਬੁੱਕਸ ਹੈ, ਤੇ ਉਹਦਾ ਨਾਮ ਹੈਗਾ ਅਸੈਸੀਨੇਸ਼ਨ ਐਂਡ ਆਫਟਰ।
ਅਵੇਲੇਬਿਲਿਟੀ ਤਾਂ ਮੈਨੂੰ ਪਤਾ ਨਹੀਂ ਜੀ ਉਹਦੀ ਅੱਜ ਕੱਲ੍ਹ ਕੀ ਹੈ, ਬਟ ਰੋਲੀ ਬੁੱਕਸ ਕੋਲੇ ਮੈਂ ਪਤਾ ਕੀਤਾ ਸੀਗਾ ਉਹ 2 ਮਹੀਨੇ ਪਹਿਲਾਂ, ਪਰ ਉਹ ਕਹਿੰਦੇ ਉਹਨਾਂ ਕੋਲ ਹੈ ਨਹੀਂ ਜੀ। ਤੇ ਤੁਸੀਂ ਆਊਟ ਆਫ ਪ੍ਰਿੰਟ ਆ। ਤੁਸੀਂ ਇਦਾਂ ਸੋਚਦੇ ਹੋ ਕਿ ਜਿੰਨਾ ਕੁਝ ਤੁਸੀਂ ਵਿਚਾਲੇ ਹੋ ਕੇ ਵੇਖਿਆ, ਚਾਹੇ ਜੌਬ ਤੌਰ ਤੇ ਜਾਂ ਇੱਕ ਮਨੁੱਖ ਵਜੋਂ ਵੀ ਤੁਸੀਂ ਵੇਖ ਰਹੇ ਸੀ, ਉਹਦੇ ਬਾਰੇ ਕੁਝ ਤੁਸੀਂ ਲੋਕਾਂ ਨੂੰ ਇਹ ਚੀਜ਼ ਦੇ ਕੇ ਜਾਓ, ਜੈਨੋਸਾਈਡ ਜਿਹੜਾ ਵਾਪਰਿਆ? ਤੇ ਜੀ ਮੈਂ ਕਾਫੀ ਇੰਟਰਵਿਊਆਂ ਦਿੱਤੀਆਂ ਹੈ, ਕਾਫੀ ਮੈਂ ਕੁਝ ਲਿਖਿਆ ਹੈ। ਮੈਂ ਹੁਣੇ ਥੋੜੇ ਦਿਨ ਪਹਿਲਾਂ ਇੱਕ ਚੈਪਟਰ ਲਿਖਿਆ ਉਹੀ 84 ਦੇ ਜਿਹੜੇ 3 ਦਿਨ 4 ਦਿਨ ਜਿਹੜੀ ਵਾਰਦਾਤਾਂ ਹੋਈਆਂ ਉਹਦੇ ਬਾਰੇ ਲਿਖਿਆ। ਸੋ ਇਹ ਜਿਹੜੀ ਗੱਲ ਹੈ, ਮੈਂ ਤਾਂ ਸੋਚਦਾ ਜੀ ਕਿ ਕਿਸੇ ਨੂੰ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਔਰ ਇਹ ਸਭ ਦੇ ਸਾਹਮਣੇ ਲਿਆਉਣੀ ਚਾਹੀਦੀ ਹੈ ਗੱਲ, ਜੋ ਕਿਉਂਕਿ ਇਹ ਪਹਿਲਾ ਐਗਜ਼ਾਮਪਲ ਸੀਗਾ ਜੀ ਕਿ ਜਦੋਂ ਸਟੇਟ ਜਿਹੜੀ ਹੈਗੀ ਹੈ, ਸਟੇਟ ਗਵਰਨਮੈਂਟ ਜਿਹੜੀ ਹੈਗੀ ਹੈ, ਉਹ ਕਿਲਰ ਬਣ ਜਾਂਦੀ ਹੈ ਜੀ ਆਪਣੀ ਬਦਲਾ ਲੈਣ ਲਈ। ਔਰ ਉਹ ਪਹਿਲਾ ਵਾਕਿਆ ਸੀਗਾ ਜੀ ਇੰਡੀਪੈਂਡੈਂਟ ਇੰਡੀਆ ਦੇ ਵਿੱਚ, ਇੰਡੀਪੈਂਡੈਂਸ ਦੇ ਬਾਅਦ, ਕਿ ਸਟੇਟ ਕ੍ਰਿਮੀਨਲ ਬਣ ਗਈ ਜੀ, ਸਟੇਟ ਕਿਲਰ ਬਣ ਗਈ, ਸਟੇਟ ਕਾਤਿਲ ਬਣ ਗਈ ਸੌਰੀ। ਸੋ ਹੁਣ ਇਹ ਔਰ ਇਹਦੇ ਵਿੱਚ ਤੁਸੀਂ ਦੇਖੋ ਜੀ ਕਿ ਮੇਰਾ ਖਿਆਲ ਹੁਣ ਇੰਨੀਆਂ ਕਮਿਸ਼ਨਾਂ ਇਹਨਾਂ ਨੇ ਕੋਈ 15 ਕਮਿਸ਼ਨਾਂ ਬਿਠਾਈਆਂ ਜੀ, ਇਨਕੁਆਇਰੀ ਕਮਿਸ਼ਨ, ਕਮੇਟੀ, ਸੁਪਰੀਮ ਕੋਰਟ ਮੋਨੀਟਰਡ ਇਨਵੈਸਟੀਗੇਸ਼ਨ, ਸਪੈਸ਼ਲ ਇਨਵੈਸਟੀਗੇਸ਼ਨ ਟੀਮ, ਲਗਭਗ 34 ਸਾਲ ਦੇ ਵਿੱਚ 15 ਕਮਿਸ਼ਨਾਂ ਆਈਆਂ ਜੀ। ਉਹਦਾ ਨਤੀਜਾ ਕੀ ਨਿਕਲਿਆ? ਮੇਰਾ ਖਿਆਲ ਕੋਈ ਜ਼ਿਆਦਾ ਤੋਂ ਜ਼ਿਆਦਾ 15 ਜਾਂ 20 ਆਦਮੀਆਂ ਨੂੰ ਕਨਵਿਕਸ਼ਨ ਹੋਈ ਹੋਣੀ ਹੈ ਜੀ। ਉਸ ਤੋਂ ਵੀ ਘੱਟ ਲੋਕਾਂ ਨੇ ਅਪੀਲਾਂ ਕੀਤੀਆਂ, ਉਹਨਾਂ ਦੀਆਂ ਅਪੀਲਾਂ ਪੈਂਡਿੰਗ ਸੀਗੀਆਂ। ਜਿਹੜੇ ਸਰਕਾਰੀ ਅਫਸਰ ਸੀਗੇ ਪੁਲਿਸ ਦੇ ਵਿੱਚ ਖਾਸ ਕਰਕੇ, ਜਿਨ੍ਹਾਂ ਨੇ ਇਹ ਸਾਰਾ ਜਿਹੜਾ ਕਤਲ ਸੀਗਾ ਉਹ ਉਹਨਾਂ ਨੇ ਉਹਦੇ ਵਿੱਚ ਉਹਨਾਂ ਨੇ ਏਡ ਕੀਤਾ, ਉਹਨਾਂ ਨੇ ਮਦਦ ਕੀਤੀ। ਪਰ ਬੇਦੀ ਸਾਹਿਬ ਸਵਾਲ ਉੱਠਦਾ, 15-20 ਕਨਵਿਕਸ਼ਨਸ ਹੋਈਆਂ ਜਿਹੜੀਆਂ ਸਜ਼ਾ ਯਾਫਤਾ ਹੋਏ ਲੋਕ, ਸਰਕਾਰੀ ਅੰਕੜਾ ਕਹਿੰਦਾ 2733 ਬੰਦੇ ਮਰੇ ਜਾਂ 2733 ਸਿੱਖ ਜਿਹੜੇ ਆ ਉਹ ਕਤਲ ਹੋਏ ਨਵੰਬਰ 84 ਚ। 15-20 ਬੰਦੇ ਨੇ ਤਾਂ 15-20 ਨਹੀਂ ਹੋਣੇ ਜੀ, 15-20 ਨਹੀਂ ਹੋਣੇ, ਕੋਈ 25 ਹੋਣੇ ਜੀ, ਇਸ ਤੋਂ ਜ਼ਿਆਦਾ ਨਹੀਂ ਸੀਗੇ। 50 ਤੋਂ ਘੱਟ। ਔਰ ਇਹ ਜਿਹੜੀ ਇੱਕ ਨਾਨਾਵਤੀ ਕਮਿਸ਼ਨ ਸੀਗੀ ਜੀ 2010 ਚ, ਜਿਹੜੀ ਕੋਈ ਥੋੜੀ ਬਹੁਤੀ ਦਮਦਾਰ ਸੀਗੀ, ਉਹਨਾਂ ਨੇ ਇਹ ਦੇਖਿਆ ਕਿ ਜਿਹੜੀਆਂ ਕਮੇਟੀਆਂ ਪਹਿਲਾਂ ਗਈਆਂ ਉਹਨਾਂ ਤੋਂ, ਉਹਦੇ ਵਿੱਚ ਇੱਕ ਕੇਸ ਦੇ ਵਿੱਚ 7 ਬੰਦੇ ਸ਼ਾਮਿਲ ਸੀਗੇ ਜੀ, ਕਿ ਇੱਕ ਰਾਈਟਿੰਗ 'ਚ, ਇੱਕ ਕਿਲਿੰਗ 'ਚ, ਇੱਕ ਬਰਨਿੰਗ ਦੇ ਵਿੱਚ 7 ਬੰਦੇ ਇਨਵੋਲਵਡ ਸੀਗੇ ਜੀ। ਸੋ ਉਹਨਾਂ ਨੇ ਇੱਕ ਮਜ਼ਾਕ ਜਿਹਾ ਬਣਾ ਦਿੱਤਾ ਸੀ, ਕੋਈ ਜਸਟਿਸ ਤਾਂ ਸੀਗੀ ਨਹੀਂ ਉਹਦੇ 'ਚ, ਇਨਸਾਫ ਤਾਂ ਬਿਲਕੁਲ ਨਹੀਂ ਸੀਗਾ ਜੀ। ਇਸ ਜੈਨੋਸਾਈਡ ਲਈ ਕੋਈ ਇਨਸਾਫ ਦੀ ਆਸ ਰੱਖਦੇ ਹੋ? 40 ਸਾਲ ਨਹੀਂ, ਸਵਾਲ ਨੋ, ਜ਼ੀਰੋ, ਕੋਈ ਆਸ ਨਹੀਂ ਜੀ, ਕੋਈ ਹੁਣ ਤਾਂ ਗੱਲ ਹੀ ਲੰਘ ਗਈ ਜੀ। ਹੁਣ ਤੇ ਦੇਖੋ ਜੀ, ਤੁਸੀਂ 2 ਪੀੜ੍ਹੀਆਂ, 40 ਸਾਲ ਲਗਭਗ 38 ਸਾਲ ਹੋ ਗਏ, ਮਤਲਬ 2 ਪੀੜ੍ਹੀਆਂ ਲੰਘ ਗਈਆਂ ਜੀ। ਤੇ ਜਿਹੜੇ ਬੱਚੇ ਹੁਣ ਬਾਅਦ ਵਿੱਚ ਜੰਮੇ ਆ, ਉਹਨਾਂ ਨੂੰ ਤਾਂ ਅੱਜ ਕੱਲ੍ਹ ਜਿਹੜੇ 18-20 ਸਾਲ ਦਾ ਮੁੰਡਾ, ਸਿੱਖ ਮੁੰਡਾ ਹੈਗਾ, ਉਹਨੂੰ ਤਾਂ ਪਤਾ ਹੀ ਕੁਛ ਨਹੀਂ ਵਿਚਾਰੇ ਨੂੰ ਕੀ ਹੋਇਆ, ਕੀ ਨਹੀਂ ਹੋਇਆ। ਔਰ ਇਹ ਸੋਚਣ 'ਚ ਵੀ ਬੜਾ ਮੁਸ਼ਕਲ ਹੈ ਜੀ ਕਿ ਜਿਹੜੀ ਸਰਕਾਰ ਹੈ, ਜਿਹੜੀ ਪੁਲਿਸ ਹੈ, ਜਿਹੜੇ ਮੁਲਾਜ਼ਮ, ਸਰਕਾਰੀ ਮੁਲਾਜ਼ਮ ਹੈ, ਉਹ ਸ਼ਾਮਲ ਹੋ ਕੇ ਤੁਹਾਨੂੰ ਆ ਕੇ ਲੱਭ ਕੇ, ਚੁਣ ਕੇ ਤੁਹਾਨੂੰ ਮਾਰਦੇ ਨੇ ਜੀ, ਜ਼ਿੰਦਗੀ ਤੋਂ ਮਾਰਦੇ ਨੇ, ਮਰਡਰ ਕਰਦੇ ਨੇ ਤੁਹਾਡਾ। ਇਹ ਸੋਚਣਾ, ਇਹ ਤਾਂ ਸਾਡੀ ਹੁਣ ਅੱਜ ਦੀ ਸੋ ਕਾਲਡ ਸਿਵਲਾਈਜ਼ਡ ਸੋਸਾਇਟੀ 'ਚ ਸੋਚਣਾ ਬੜਾ ਔਖਾ ਜੀ। ਸੋ ਆ ਜਿਹੜੀ ਗੱਲਬਾਤ ਆ ਮਿਸਟਰ ਰਾਹੁਲ ਬੇਦੀ ਹੁਣਾਂ ਨਾਲ ਕੀਤੀ, ਜਿਹੜੇ ਇਹਨਾਂ ਨੇ ਆਪਣੇ ਤਜਰਬੇ ਨਵੰਬਰ 1984 ਦੇ ਘਾਣ ਵਿਚਾਲੇ ਸਾਰੇ ਸਾਡੇ ਨਾਲ ਡਿਸਕਸ ਕੀਤੇ। ਆਖਰ 'ਚ ਜਿਹੜੀ ਸਭ ਤੋਂ ਮੁੱਖ ਗੱਲ ਕਿ ਕਿਸੇ ਵਿਦਵਾਨ ਨੇ ਕਿਹਾ ਸੀ ਕਿ ਨਸਲ ਕੁਸ਼ੀਆਂ ਦੇ ਕਦੇ ਇਨਸਾਫ ਨਹੀਂ ਮਿਲਿਆ ਕਰਦੇ। ਇਸੇ ਗੱਲ ਦੇ ਨਾਲ ਵੀ ਇਹਨਾਂ ਨੇ ਹਾਂ ਮਿਲਾਈ ਆ ਕਿ ਜਿਹੜਾ ਇਨਸਾਫ ਆ ਉਹਦੀ ਗੁੰਜਾਇਸ਼ ਜਾਂ ਜਿਹੜਾ ਮਿਲਿਆ ਉਹ 0 ਦੇ ਬਰਾਬਰ ਆ। ਸੋ ਆਖਰ 'ਚ ਮੈਂ ਇਹ ਕਹਿ ਦਿਆਂ ਕਿ ਜਿਹੜੀ ਇਹ ਗੱਲਬਾਤ ਅਸੀਂ ਤੁਹਾਡੇ ਨਾਲ ਕੀਤੀ ਆ, ਸਾਡਾ ਮਕਸਦ ਇਹੀ ਆ ਕਿ ਸਿੱਖ ਇਸ ਗੱਲ ਨੂੰ ਚੇਤੇ ਰੱਖਣ, ਜੋ ਕੁਛ ਇੱਥੇ ਵੱਡੇ ਰੂਪ 'ਚ ਘਾਣ ਵਾਪਰਿਆ, ਤਾਂ ਜੋ ਅਜਿਹੀਆਂ ਘਟਨਾਵਾਂ ਤੋਂ, ਵੱਡੇ ਦਰਦਨਾਕ ਸਾਕਿਆਂ ਤੋਂ ਕੁਝ ਸਿੱਖਿਆ ਜਾਵੇ ਅਤੇ ਕੌਮ ਜਿਹੜੀ ਆ ਸਿਕਿਉਰ ਰਹਿ ਸਕੇ।
ਤੇ ਸਾਰੇ ਰਾਜੀ ਖੁਸ਼ ਬਸ ਸਕਣ। ਬਿਲਕੁਲ ਜੀ, ਤੁਹਾਡਾ- ਬਿਲਕੁਲ ਜੀ ਇਸ ਗੱਲਬਾਤ ਲਈ ਧੰਨਵਾਦ। ਪਰ ਜੇ ਤੁਸੀਂ ਆਖਰ 'ਚ ਕੋਈ ਆਪਣੇ ਵੱਲੋਂ ਕਹਿਣਾ ਚਾਹੁੰਦੇ ਹੋ ਤਾਂ ਤੁਹਾਡਾ ਸਵਾਗਤ ਹੈ। ਨਹੀਂ ਜੀ, ਮੈਂ ਇੰਨਾ ਹੀ ਕਹਿਣਾ ਕਿ ਸ਼ਰਮ ਦੀ ਗੱਲ ਹੈ ਕਿ ਇੱਕ ਕੰਟਰੀ, ਇੱਕ ਮੁਲਕ ਜਿਹੜਾ ਆਪਣੇ ਆਪ ਨੂੰ ਡੈਮੋਕ੍ਰੈਟਿਕ ਕਹਿੰਦਾ ਹੈ ਔਰ ਜਿਹੜੇ ਹਿਊਮਨ ਰਾਈਟਸ ਲਈ ਲੜਦਾ ਹੈ ਔਰ ਦੁਨੀਆ ਦੇ ਵਿੱਚ ਬੜੀਆਂ ਉੱਚੀਆਂ ਉੱਚੀਆਂ ਗੱਲਾਂ ਕਰਦਾ ਹੈ, ਉਹਨੇ ਆਪ ਜਿਹੜਾ ਇਨਸਾਫ ਦਿੱਤਾ, ਜਿੱਦਾਂ ਤੁਸੀਂ ਕਿਹਾ ਸਿਫਰ ਦੇ ਬਰਾਬਰ ਹੈ, ਉਹ ਬੜੀ ਸ਼ਰਮ ਦੀ, ਮੈਨੂੰ ਤਾਂ ਬੜੀ ਸ਼ਰਮ ਆਉਂਦੀ ਹੈ ਜੀ, ਸਿੱਖ ਹੋਣ ਕਰਕੇ ਵੀ ਔਰ ਇੱਕ ਹਿਊਮਨ ਬੀਇੰਗ ਹੋਣਾ, ਇਨਸਾਫ ਇਸ ਧਰਤੀ ਦੇ ਵਿਸ਼ੇਦੇ ਹੋਣ ਤੋਂ ਬਿਲਕੁਲ ਬਿਲਕੁਲ ਜੀ, ਬਹੁਤ ਸ਼ਰਮ ਹੈ ਜੀ, ਬਹੁਤ ਸ਼ਰਮ ਹੈ, ਬਹੁਤ ਸ਼ਰਮ ਹੈ ਜੀ ਕਿ ਇਸ ਸਿਸਟਮ ਦੇ ਵਿੱਚ ਇਨਸਾਫ ਦੀ ਉਮੀਦ ਜਿਹੜੀ ਹੈਗੀ ਆ ਉਹ ਹੈ ਹੀ ਨਹੀਂ। ਔਰ ਇਹ ਉਮੀਦ ਜਿਹੜੀ ਹੈ ਹੁਣ ਅੱਜ ਦੀ ਤਰੀਕ ਦੇ ਵਿੱਚ ਵੀ ਇਹ ਵੱਧਦੀ ਜਾ ਰਹੀ ਹੈ। ਹੁਣ ਅੱਜ ਦੀ ਤਰੀਕ ਦੇ ਵਿੱਚ ਮੁਸਲਮਾਨਾਂ ਦੀ ਵਾਰੀ ਹੈ ਔਰ ਦੇਖ ਹੀ ਰਹੇ ਹਾਂ ਹੁਣ ਬੀਜੇਪੀ ਸਰਕਾਰ ਦੇ ਨਾਲ ਕਿੱਦਾਂ ਮੁਸਲਮਾਨਾਂ ਨਾਲ ਸਲੂਕ ਹੋ ਰਿਹਾ ਹੈ ਔਰ ਕਿੰਨਾ ਉਹਨਾਂ ਦੀ ਪਰਸੀਕਿਊਸ਼ਨ ਹੋ ਰਹੀ ਹੈ। ਸੋ ਇਹ ਗੱਲ ਜਿਹੜੀ ਹੈਗੀ ਆ, ਇਹ ਤੁਸੀਂ ਇੱਕ ਕਮਿਊਨਿਟੀ ਨੂੰ, ਇੱਕ ਜੋ ਦੋ ਬੰਦਿਆਂ ਨੇ ਕੀਤਾ ਮਿਸਿਸ ਗਾਂਧੀ ਨੂੰ ਮਾਰ, ਉਹ ਪੂਰੀ ਕੌਮ ਤੇ ਤੁਸੀਂ ਉਹਨੂੰ ਹੱਕਦਾਰ ਰੱਖਿਆ, ਇਹ ਗਲਤ ਗੱਲ ਹੈ ਜੀ, ਬਹੁਤ ਗਲਤ ਗੱਲ ਹੈ। ਔਰ ਇਹ ਮੀਡੀਆ ਦਾ ਵੀ ਰੋਲ ਹੈ ਇਹਦੇ 'ਚ। ਔਰ ਅੱਜ ਦੀ ਮੀਡੀਆ ਜਿਹੜੀ ਹੈਗੀ ਆ ਉਹ ਹਾਂ ਭਰਦੀ ਹੈ ਸਰਕਾਰ ਦੇ ਨਾਲ, ਤੇ ਇਹ ਜਿਹੜਾ ਇੰਪ੍ਰੈਸ਼ਨ ਕ੍ਰੀਏਟ ਹੋ ਰਿਹਾ ਹੈ ਉਹ ਬਹੁਤ ਹੀ, ਇਹ ਮੈਨੂੰ ਨਹੀਂ ਪਤਾ ਕਿੱਥੇ ਜਾ ਕੇ ਰੁਕੇਗੀ ਜੀ ਗੱਲ, ਬਟ ਇਹਦਾ ਜਿਹੜਾ ਅਸਰ ਹੈ ਇਹ ਚੰਗਾ ਨਹੀਂ ਜੀ। ਗੱਲਬਾਤ ਲਈ ਤੁਹਾਡਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।